हाँ सत श्री अकाल दोस्तों, तुसीं देख रहे हो लुधियाना व्यू। मैं गुरजंट सिंह नत्थ। अज आपां पहुंचे लुधियाना PAU पंजाब एग्रीकल्चर यूनीवर्सिटी लुधियाना। तो पहुंचे एक रेस्टोरेंट ढाबा कैफे तो स्टूडेंट जिन्होंने आप कंटीन भी कह देंगे, कंटीनी मंडीर भी चलती है, मशहूर आ, तुसीं सुनिया ही होना। तो कंटीन ते पहुंचे हैं, तो कंटीन ते पहुंचण दा की मुख मकसद अपना पंजाबी है माँ बोली, जिन्होंने आप शुरू तो लैके पढ़िया लिखिया प्यार किया, पर अज आप भुलते जा रहे हैं। तो इत्थे तुहानूं पंजाबी दी वो झलक दिखाउणी आ जिहड़ी शायद किसी कंटीन ते नहीं देखदी होनी, पर PAU दे विच PAU दी इस कंटीन दे उत्ते पंजाबी दी झलक दिख रही है। आ जो आपां तुहानूं मिलाउने आ वीर जनकप्रीत सिंह जो ढाबे दे मालक ने, तो फिर जिद्दां वो अगली जो पंजाबी जिन्हां ने लिखी है उन्हां नाल भी तुहाडे नाल रूबरू करावांगे। सब तो पहला वीर जी सत श्री अकाल जी। बड़ा बहुत बहुत स्वागत साडे चैनल दे विच। थैंक यू बाई जी पहला तां देखो अपना है ना फार्म, मैं पंजाबी तो स्टार्ट करदा, ठीक है जी, क्योंकि पर तां चलो इंग्लिश दे विच लिखिआ फार्म व्यू कैफे का भी अपना नाम किदां पंजाबी तुहाडे हिसाब नाल भी क्यों रखा गया पंजाबी दे विच? ये जी बच्चे 14 ਦੇ ਵਿੱਚ ਬੱਚੇ ਇਥੇ ਸਟੂਡੈਂਟ ਪੜ੍ਹਦੇ ਸੀ ਤੇ ਉਹਨਾਂ ਨੇ ਸੋਚ ਬਣਾਈ ਵੀ ਇਹ ਆਪਾਂ ਬਣਾਈਏ। ਫਿਰ ਉਹਨਾਂ ਨੇ ਨਾਂ ਰੱਖਿਆ ਫਾਰਮ ਵਿਊ ਕੈਫੇ ਤੇ ਬੋਰਡ ਤਾਂ ਚਲੋ ਅੰਗਰੇਜ਼ੀ 'ਚ ਲਾਇਆ ਸੀ ਤੇ ਆ ਅਸੀਂ ਪੰਜਾਬੀ 'ਚ ਸਪੈਸ਼ਲ ਤਿਆਰ ਕਰਾਇਆ ਵਾ ਜੀ। ਇਹ ਮੈਨੂੰ ਪਰਸੋਂ ਹੀ ਗਿਫਟ ਕਿਸੇ ਨੇ ਕੀਤਾ ਜੀ ਬੱਚੇ ਨੇ। ਅੱਛਾ, ਮੈਂ ਪੰਜਾਬੀ ਦੀ ਤਾਂ ਗੱਲ ਸਟਾਰਟ ਕੀਤੀ ਹੈ ਕਿਉਂਕਿ ਉੱਪਰ ਮੈਂ ਕਹਿੰਦਾ ਕੈਮਰਾਮੈਨ ਵੀਰ ਨੂੰ ਉੱਪਰ ਲਿਖਾਇਆ ਸੀਗਾ ਫਾਰਮ ਵਿਊ ਕੈਫੇ, ਅੰਗਰੇਜ਼ੀ ਦੇ ਵਿੱਚ ਲਿਖਿਆ ਸੀਗਾ। ਪਰ ਵੀਰ ਜੀ ਹੁਣੀ ਕਹਿੰਦੇ ਵੀ ਸਾਡੀ ਉਦੋਂ ਸੋਚ ਨਹੀਂ ਸੀ। ਬਾਕੀ ਚਲੋ ਆਪਾਂ ਵੀਰ ਹੁਣਾਂ ਨਾਲ ਹੀ ਗੱਲ ਕਰਦੇ ਵੀ ਤੁਹਾਡੀ ਉਸ ਟਾਈਮ ਕੀ ਸੀ ਜਦੋਂ ਤੁਸੀਂ ਇਹ ਜੀ ਅਸੀਂ ਅੰਗਰੇਜ਼ੀ 'ਚ ਲਿਖਿਆ ਜੀ। ਚਲੋ ਉਦੋਂ ਪੰਜਾਬੀ ਬਾਰੇ ਅਸੀਂ ਕੁਛ ਨਹੀਂ ਲਿਖਿਆ ਸੀ, ਕੱਲਾ ਉਹ ਸਭ ਤੋਂ ਪਹਿਲਾਂ ਬੋਰਡ ਲਾਇਆ। ਸਾਡੇ ਅੰਦਰ ਹੁਣ ਲਗਨ ਕਿੱਥੋਂ ਆਈ ਵੀ ਹਰ ਚੀਜ਼ ਪੰਜਾਬੀ ਦੇ ਵਿੱਚ ਕੀਤੀ ਜਾਵੇ? ਇੱਥੇ ਵੀਰ ਜੀ ਆਉਂਦੇ ਸੀ ਜਿਹੜੇ ਕਿਤਾਬਾਂ ਲਿਖਦੇ ਆ ਲੇਖਕ, ਉਹ ਵੀ ਬਹੁਤ ਆਉਂਦੇ ਹੁੰਦੇ ਸੀ। ਪ੍ਰਵਾਦ ਬਾਰੇ ਉਹ ਵੀ ਆਉਂਦੇ ਰਹੇ ਆ, ਮਨਜੀਤ ਸਿੰਘ ਤੇ ਹਾਂ ਕਿਤਾਬਾਂ ਲਿਖਣ ਵਾਲੇ ਰੇਟ ਬਹੁਤ ਆਉਂਦੇ ਰਹੇ ਆ ਤੇ ਵੀਰ ਜੀ। ਉਹਨਾਂ ਨੂੰ ਸੋਚ ਕੇ ਸਾਡੀ ਇੱਧਰ ਪਈ ਹੈ ਲੈਣ ਵੀ ਬਣ ਗਈ ਸਾਡੀ। ਤੇ ਹੋਰ ਆਪਾਂ ਅੱਗੇ ਵੀ ਦੇਖ ਰਹੇ ਹਾਂ ਪੰਜਾਬੀ ਸਭ 35 ਲਿਖਿਆ ਵਾ, ਬਿਆਸ ਸਤਲੁਜ ਪੰਜਾਂ ਦਰਿਆਵਾਂ ਦੇ ਆਪਣੇ ਨਾਂ ਲਿਖੇ ਆ। ਤੇ ਇਹ ਤੁਹਾਡੇ ਵੱਲੋਂ ਲਿਖੇ ਗਏ ਜਾਂ ਵੀ ਇਹ ਵੀਰ ਜੀ ਮੇਰਾ ਹੱਥ ਦਾ ਚਲੋ ਕੀ ਬੱਚੇ ਮੇਰੇ ਨਾਲ ਹੈਲਪ ਕਰਾਉਂਦੇ ਰਹੇ ਆ, ਬੱਚਿਆਂ ਦਾ ਕੰਮ ਹੈ ਜੀ। ਜਿਹੜੇ ਬੱਚੇ ਇੱਥੇ PAU ਦੇ ਵਿੱਚ ਪੜ੍ਹ ਰਹੇ ਸਟੂਡੈਂਟ ਪੜ੍ਹਦੇ ਆ, ਕਈ ਵਾਰੀ ਫ੍ਰੀ ਹੁੰਦੇ ਆ, ਇਹ ਕੰਮ ਅਸੀਂ ਕਰੀਦਾ ਆ ਕੇ। ਸੋ ਕੰਟੀਨ ਦੇ ਵਿੱਚ ਵੀ ਕਹਿ ਸਕਦੇ ਵੀ ਜਿਵੇਂ ਹੁਣ 5 ਦਰਿਆ ਵਾ ਵੀਰ ਜੀ, 3 ਦਰਿਆਵਾਂ ਦਾ ਅਗਲੇ ਨੂੰ ਪਤਾ, ਦੋ ਦਾ ਪਤਾ ਹੀ ਨਹੀਂ ਜੀ ਕਿਸੇ ਨੂੰ। ਇੱਥੇ ਆ ਕੇ ਪਤਾ ਲੱਗਦਾ। ਹਾਂ ਕਹਿੰਦੇ ਅੱਗੇ ਜੋ ਪੰਜਾਬੀ ਦੇ ਵਿੱਚ ਆਪਣੇ ਪੜ੍ਹਦੇ ਹੁੰਦੇ ਸੀਗੇ ਸਰਕਾਰੀ ਸਕੂਲਾਂ ਦੇ ਵਿੱਚ, ਚਲੋ ਉਦੋਂ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਸੀ। ਹੁਣ ਤਾਂ ਵੀ ਨਹੀਂ ਉਹ ਪੜ੍ਹਾਇਆ ਨਹੀਂ ਜਾਂਦਾ। ਹੁਣ ਤਾਂ ਆਪਾਂ ਵੀਰੇ ਹੁਣ ਇਹ ਚੀਜ਼ਾਂ ਸਕੂਲ 'ਚ ਨਹੀਂ ਪੜ੍ਹਾਉਂਦੇ ਆਪਾਂ, ਖਤਮ ਹੋ ਚੁੱਕਾ। 35 ਅੱਖਰ ਹੀ ਭੁੱਲ ਗਏ ਮੈਂ ਕਿਹਾ ਬੱਚੇ ਤਾਂ ਕਈ ਤਾਂ। ਅੱਗੇ ਬਾਬੇ ਸੋਚਿਆ ਜੁੜਿਆ ਰਾਰਾ ਬੱਬਾ ਰੱਬ, ਬਾਬਾ ਬੋਲਿਆ ਜਾ ਕੇ ਰੁੱਖ ਵਿਰਖ ਅਰਾਓ, ਬਾਬੇ ਦੇਖ ਬਾਬਾ ਬੋਲਿਆ ਅੱਖਰ ਵਿਰਖ ਬਾਂਗ ਭੂਏ ਚੌਖੀ ਸਿਚਤ ਭੌਕ ਰਹੀ। ਹਰ ਚੀਜ਼ ਤੁਹਾਡੀ ਜਿਹੜੀ ਪੰਜਾਬੀ ਦੇ ਵਿੱਚ ਹੋਰ ਵੀ ਚਲੋ ਜਿਹੜੀ ਉੱਥੋਂ ਲੈ ਕੇ ਫਿਰ ਤੁਸੀਂ ਇਹਨਾਂ ਇੱਕ ਜਾਨਵਰਾਂ ਪ੍ਰਤੀ ਵੀ ਦੇਖੋ ਜੀ, ਜਾਨਵਰਾਂ ਦੀ ਸਭ ਤੋਂ ਵੱਡੀ ਸੇਵਾ ਵਾ। ਇਹਨਾਂ ਨੂੰ ਅਸੀਂ ਰੋਜ਼ ਅਸੀਂ ਪਾਣੀ ਪਾਈਦਾ। ਕਈ ਡੌਗੀ ਵੀ ਐਸੇ, ਉਹਨਾਂ ਨੂੰ ਉਹਨਾਂ ਵਾਸਤੇ ਦੁੱਧ ਸਾਡੇ 2 ਰੱਖੇ ਅਲੱਗ, ਤੇ ਆ ਪਾਣੀ ਵਾਸਤੇ ਜੀ। ਜਾਣੀ ਆਪਾਂ ਕਹਿੰਦੇ ਜਿਹੜੇ ਵੌਇਸਲੈਸ ਆ, ਜਿਹੜੇ ਬੋਲ ਨਹੀਂ ਸਕਦੇ, ਉਹਨਾਂ ਦੀ ਖਾਤਰ ਵੀ ਤੁਸੀਂ ਉਦਮ ਕਰ ਰਹੇ ਹੋ। ਤੇ ਹੋਰ ਕੀ ਤੁਸੀਂ ਉਦਮ ਕਰ ਰਹੇ ਹੋ? ਆਹ ਦੇਖੋ ਪੇਂਟਿੰਗ ਬੱਚੇ ਬਣਾ ਰਹੇ ਆ। ਆਹ 5 ਸਾਲ ਹੋ ਗਏ ਸੀ ਇੱਕ ਔਰ ਬਟਾਲੀ ਦੀ, ਤੇ ਬਾਬਾ ਫਰੀਦ ਸੀ ਦੀ ਵੀ 4-5 ਸਾਲ ਹੋ ਗਏ। ਤੇ ਕੁਝ ਬੱਚੇ ਹੈਗੇ ਪੇਂਟਿੰਗ ਹੁਣ ਜਿਹੜੇ ਬਣਾ ਰਹੇ ਆ, ਉਹ ਆਪਣੇ ਕੋਲ ਹੈਗੇ ਬੱਚੇ। ਠੀਕ ਹੈ ਜੀ, ਚਲੋ ਜੀ ਬੱਚਿਆਂ ਨੂੰ ਵੀ ਬੁਲਾਓ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਤੁਹਾਡੀ ਜੀ ਵੀ ਕਿੱਦਾਂ ਕੀਤਾ ਸੀ। ਸਭ ਤੋਂ ਪਹਿਲਾਂ ਆਪਣੇ ਸਾਡੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਆਪਣੇ ਮੈਂ ਤੁਹਾਡਾ ਨਾਮ ਜਾਣਨਾ ਚਾਹੂੰਗਾ। ਸਹਿਜਲੀਨ ਕੌਰ ਜੀ। ਤੁਸੀਂ ਸਟੱਡੀ ਕਰ ਰਹੇ ਹੋ PAU ਦੇ ਵਿੱਚ, ਕੀ ਸਟੱਡੀ ਕਰ ਰਹੇ ਹੋ? BSc BSc ਐਗਰੀਕਲਚਰ। ਹਾਂਜੀ, ਐਗਰੀਕਲਚਰ ਦੇ ਉੱਤੇ, ਖੇਤੀਬਾੜੀ ਦੇ ਉੱਤੇ ਕਰ ਰਹੇ ਹੋ। ਹਾਂਜੀ।
ਭੈਣੇ ਤੁਹਾਡੇ ਅੰਦਰ ਇਹ ਲਗਨ ਜੋ ਦੇਖ ਰਹੇ ਆਪਾਂ ਚੀਜ਼ਾਂ ਵੀ ਲਿਖੀਆਂ ਕਿੱਥੋਂ ਤੁਹਾਡੇ ਅੰਦਰ ਆਈ ਲਗਨ? ਇਹ ਜੀ ਜਿਵੇਂ ਇਹ ਕੈਫੇ ਸਾਡੀ ਯੂਨੀਵਰਸਿਟੀ ਦਾ ਹਿੱਸਾ ਗਾ ਤੇ ਅਸੀਂ ਇੱਥੇ ਆਉਣੇ ਰਹਿੰਦੇ ਆ ਰੋਜ਼ ਵਾਂਗੂ। ਜਦੋਂ ਵੀ ਵਿਹਲਾ ਟਾਈਮ ਮਿਲਦਾ ਅਸੀਂ ਇੱਥੋਂ ਹੀ ਚਾਹ ਪੀਂਦੇ ਆ, ਰੋਟੀ ਖਾਂਦੇ ਆ। ਤਾਂ ਸਾਨੂੰ ਹੋਇਆ ਵੀ ਜਦੋਂ ਵੀ ਇਹਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ ਤਾਂ ਫਿਰ ਅਸੀਂ ਦੇਖਿਆ ਵੀ ਆਹ ਕੰਧ ਆਪਣੇ ਕੋਲੇ ਹੈਗੀ ਹੈ ਤੇ ਇਹਦੇ ਕਾਫੀ ਜਗ੍ਹਾ ਹੈਗੀ ਆਪਣੇ ਕੋਲੇ, ਤਾਂ ਆਪਾਂ ਇਹਨੂੰ ਕਿਉਂ ਨਾ ਕਿਸੇ ਇਹੋ ਜੀ ਚੀਜ਼ ਨਾਲ ਇਹਨੂੰ ਸੋਹਣਾ ਬਣਾਇਆ ਜਾਵੇ ਵੀ ਆਪਾਂ ਜਿਹੜਾ ਇੱਥੇ ਜਿੰਨੇ ਵੀ ਜਾਣੇ ਆਉਂਦੇ ਆ ਉਹਨਾਂ ਨੂੰ ਵੀ ਲੱਗੇ ਵੀ ਹਾਂ ਇੱਥੇ ਕੁਝ ਕੰਮ ਦਾ ਤੇ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਚੀਜ਼ਾਂ। ਤੁਸੀਂ ਮੈਡਮ ਜਿੱਦਾਂ ਚਲੋ ਪਹਿਲਾਂ ਤਾਂ ਮੈਂ ਤੁਹਾਨੂੰ ਸੌਰੀ ਮੈਂ ਆਪਦੇ ਵੱਲੋਂ ਭੈਣ ਕਹਿ ਰਿਹਾ ਕਿਉਂਕਿ ਇਹ ਨਾ ਬੈਕਵਰਡ ਵਰਲਡ ਜਿਹਾ ਹੋ ਗਿਆ ਕਿਉਂਕਿ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਇਸ ਲਈ ਮੈਂ ਤੁਹਾਨੂੰ ਭੈਣ ਆਖਿਆ ਵੀ ਦੀਦੀ ਨਹੀਂ ਆਖਿਆ ਸਿਸਟਰ ਨਹੀਂ ਆਖਿਆ। ਚਲੋ ਪੰਜਾਬੀ ਦੇ ਆਪਾਂ ਪੰਜਾਬੀ ਦੇ ਵਿੱਚ ਹੀ ਗੱਲ ਕਰੀਏ। ਅੱਜ ਕੱਲ ਜਿੱਦਾਂ ਕੰਟੀਨ ਹੁੰਦੀਆਂ ਨੇ ਕਾਲਜ ਦੇ ਵਿੱਚ ਬੱਚਿਆਂ ਦਾ ਕੀ ਮਕਸਦ ਹੁੰਦਾ ਵੀ ਜਾਣਾ ਖਾਣਾ ਪੀਣਾ ਹੁੱਲੜਬਾਜੀ ਕੀਤੀ ਜਾਓ। ਛੋਟੇ ਬੰਦੇ ਵੀ ਇੰਨਾ ਵੀ ਆਪਣਾ ਘਰ ਸਮਝਦੇ ਹੋ ਜਾਂ ਲੰਬਾ ਸਮਾਂ ਹੋ ਗਿਆ ਜਾਂ ਵੀ ਤੁਹਾਡੇ ਨਾਲ ਤੁਹਾਡੇ ਜੋ ਫਰੈਂਡ ਸਰਕਲ ਆ ਵੀ ਸਾਰਾ ਜਿਵੇਂ ਗਰੁੱਪ ਹੁੰਦਾ ਸਾਰਾ ਇਸ ਮੈਟਰ ਦੇ ਉੱਤੇ ਗੱਲ ਕਰ ਰਹੇ। ਹਾਂਜੀ ਜੀ ਅਸੀਂ ਇੱਕ ਦੋ ਜਾਣਿਆਂ ਨੇ ਅਸੀਂ ਸੋਚਿਆ ਵੀ ਕਿਉਂ ਨਾ ਆ ਚੀਜ਼ ਕੀਤੀ ਜਾਵੇ ਤੇ ਫਿਰ ਇੱਕ ਵਾਰੀ ਪੁੱਛਣਾ ਹੀ ਹੁੰਦਾ। ਸਾਰੇ ਆਰਟਿਸਟ ਇੰਨੇ ਹੈਗੇ ਆ ਸਾਡੇ ਕੋਲੇ, ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਹਾਮੀ ਭਰੀ ਸਾਨੂੰ ਕਿ ਆਪਾਂ ਸਾਰੇ ਰਲ ਕੇ ਕਰਦੇ ਆ। 80% ਦਾ ਆਪਣੇ ਜਿਹੜੀ ਨਵੀਂ ਜਨਰੇਸ਼ਨ ਆ MS ਰੰਧਾਵਾ, ਮੈਂ ਤੇ ਕੈਮਰਾਮੈਨ ਸਾਹਿਬ ਨੂੰ ਡਾਕਟਰ MS ਰੰਧਾਵਾ ਹਾਂਜੀ ਖੁਦ ਮੈਂ ਆਪ ਖੁਦ ਨਹੀਂ ਜਾਣਦਾ ਸੀਗਾ। ਹਾਂਜੀ ਹਾਂਜੀ ਇਹਨਾਂ ਬਾਰੇ ਥੋੜਾ ਜਾਣਕਾਰੀ ਪਾਓ। ਇਹਨਾਂ ਨੂੰ ਜੀ ਆਪਣੇ ਪੰਜਾਬ ਦਾ 6ਵਾਂ ਦਰਿਆ ਵੀ ਕਿਹਾ ਜਾਂਦਾਗਾ। ਆਪਣੀ ਯੂਨੀਵਰਸਿਟੀ ਦੇ ਦਿੱਤੇ ਹੀ ਹੈ। ਇਹਨੇ ਪੰਜਾਬ ਦੇ ਵਿੱਚ ਬਹੁਤ ਯੋਗਦਾਨ ਪਾਇਆ ਉਹਨੂੰ ਹੋਰ ਅੱਗੇ ਲੈ ਕੇ ਜਾਣ ਲਈ। ਖੇਤੀਬਾੜੀ 'ਚ ਇਹਨਾਂ ਦਾ ਬਹੁਤ ਯੋਗਦਾਨ ਹੈ। ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਉਹ ਵੀ ਇਹਨਾਂ ਦਾ ਬਹੁਤ ਯੋਗਦਾਨ ਹੈ। ਇਹਨਾਂ ਨੇ ਬੜੇ ਹੀ ਚੰਗੇ ਕੰਮ ਕੀਤੇ ਹੋਏ ਨੇ ਜੀ ਤੇ ਸਾਨੂੰ ਸੀਗਾ ਵੀ ਜੇ ਆਪਾਂ ਇਹਨਾਂ ਨੂੰ ਇੱਥੇ ਬਣਾਉਣੇ ਆ ਤਾਂ ਸਾਰਿਆਂ ਦਾ ਰੁਝਾਨ ਹੋਵੇਗਾ ਵੀ ਇਹਨਾਂ ਬਾਰੇ ਕਿਉਂ ਨਾ ਹੋਰ ਜਾਣਿਆ ਜਾਵੇ। ਇਸ ਟਾਈਮ ਕੀ ਆ ਦੇ ਅੱਗੇ ਤੁਸੀਂ ਇਹਨਾਂ ਦਾ ਵੀ ਜਿੱਦਾਂ ਕਹਿੰਦੇ ਵੀ ਆਪਣਾ ਪਾਸਟ ਜੋ ਸੀਗਾ ਇਹਨਾਂ ਦਾ ਵੀ ਇਤਿਹਾਸ ਹਾਂਜੀ ਜੀ ਅਸੀਂ ਅਸਲ 'ਚ ਉਹਦੇ ਤੇ ਸਲਾਹ ਕਰੀ ਜਾਂਦੇ ਆ ਕਿ ਲਿਖਿਆ ਕੀ ਜਾਵੇ ਕਿਉਂਕਿ ਇੰਨਾ ਕੁਛ ਇਹਨਾਂ ਦੀਆਂ ਇੰਨੀਆਂ ਉਪਲਬਧੀਆਂ ਨੇ ਤੇ ਇੰਨਾ ਇਹ ਚੰਗੇ ਇਨਸਾਨ ਰਹੇ ਨੇ ਤੇ ਇੰਨਾ ਇਹਨਾਂ ਨੇ ਕੀਤਾਗਾ ਪੰਜਾਬ ਵਾਸਤੇ। ਤਾਂ ਸਾਨੂੰ ਹੈਗਾ ਵੀ ਕੁਝ ਇਹੋ ਜਿਹਾ ਲਿਖਿਆ ਜਾਵੇ ਕਿ ਇਹਨਾਂ ਨੂੰ ਬਹੁਤ ਚੰਗੇ ਤਰ੍ਹਾਂ ਡਿਸਕ੍ਰਾਈਬ ਕੀਤਾ ਜਾਵੇ ਜਿਸ ਚੀਜ਼ ਨਾਲ। ਆਹ ਵਾਲੀ ਪਹਿਲਾਂ ਤੋਂ ਬਣੀ ਹੋਈ ਹੈ ਤਾਂ ਅਸੀਂ ਇਹਨੂੰ ਛੇੜਨਾ ਨਹੀਂ ਚਾਹੁੰਦੇ ਕਿਉਂਕਿ ਪਹਿਲਾਂ ਵੀ ਜਿਹਨੇ ਬਣਾਈ ਉਹਨਾਂ ਨੇ ਬੜੇ ਚਾਅ ਨਾਲ ਹੋਊਗੀ ਤਾਂ ਕਿਉਂ ਨਾ ਉਹ ਚੀਜ਼ ਵੀ ਐਵੇਂ ਹੀ ਰੱਖੀ ਜਾਵੇ। ਠੀਕ ਆ, ਇਹ ਵੀ ਤੁਹਾਡੀ ਭੈਣੇ ਇੱਧਰ ਆ ਰਿਹਾ ਆਪਣਾ ਜਦੋਂ ਪੰਜਾਬੀ ਦੇ ਵਿੱਚ ਲਿਖਿਆ ਆਪਣੇ ਖੇਤਾਂ ਬਾਰੇ ਲਿਖਿਆ ਹੱਟੀ ਤੋਂ ਕਿਸਾਨੀ ਤੱਕ 4 ਅਦਾਸੀਆਂ ਦਾ ਵਕਫਾ। ਛੇਤੀ ਕਦੋਂ ਮੁੜੇ ਹਾਂ ਅਸੀਂ ਸਵਾਮੀ ਅੰਤਰ ਨੀਰੋ। ਹਾਂਜੀ ਇਹ ਤੁਹਾਡੇ ਜਾਨੀ ਦੇਖ ਰੇਖ ਦੇ ਵਿੱਚ ਹਾਂਜੀ ਅਸੀਂ ਉਹੀ ਤਿਆਰ ਕੀਤੀ ਹੈ ਸਾਰਿਆਂ ਨੇ ਰਲ ਕੇ। ਠੀਕ ਆ ਤੇ ਇਹ ਸਾਨੂੰ ਸੀਗਾ ਵੀ ਜਿਵੇਂ ਕਿ ਖੇਤੀਬਾੜੀ ਯੂਨੀਵਰਸਿਟੀ ਆ ਤਾਂ ਕਿਉਂ ਨਾ ਇਹ ਕੁਝ ਖੇਤੀ ਦੇ ਰਿਲੇਟਡ ਕੀਤਾ ਜਾਵੇ, ਖੇਤੀ ਦਾ ਆਪਾਂ ਨੂੰ ਕੁਝ ਦਰਸਾਈਏ। ਜਿਵੇਂ ਹੁਣ ਉਹ ਪਹਿਲੀ ਪੇਂਟਿੰਗ ਆ ਜੀ ਉਹ ਹਾਲੇ ਥੋੜੀ ਜੀ ਇਨਕੰਪਲੀਟ ਆ ਤੇ ਉਹ ਆਪਾਂ ਇਹ ਦੱਸ ਰਹੇ ਆ ਵੀ ਜਿਵੇਂ ਕਿਸਾਨ ਜਿਹੜਾ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਾਲਦਾ ਜੀ, ਆਪਦੇ ਜਵਾਕਾਂ ਵਾਂਗੂ ਪਾਲਦਾ। ਹਾਂਜੀ ਤਾਂ ਵੀ ਜਿਵੇਂ ਥੋੜੀ ਹਜੇ ਵੀ ਹਾਂਜੀ ਅਧੂਰੀ ਹੈ ਥੋੜੀ ਹਾਂਜੀ ਪਰ ਵੀ ਆਪਾਂ ਨੂੰ ਫਿਰ ਵੀ ਦਿਖ ਰਿਹਾ ਵੀ ਜਿਹੜਾ ਇਹੀ ਦਿਖਾਉਂਦੀ ਹੈ ਵੀ ਜਿਹੜੇ ਕਿਸਾਨ ਆ ਉਹ ਆਪਦੀਆਂ ਜਿਹੜੀਆਂ ਫਸਲਾਂ ਜਵਾਕਾਂ ਵਾਂਗੂ ਪਾਲਦੇ ਆ। ਪਰ ਤੁਸੀਂ ਚਲੋ ਕਿਸਾਨੀ ਦੇ ਹੁਣ ਦੇਖ ਰਹੇ ਨੇ ਕਾਨੂੰਨ ਆਏ ਸੀਗੇ ਉਸ ਦੇ ਬਾਰੇ ਵੀ ਚਲੋ ਟਿੱਪਣੀ ਚਲੋ ਕਿਸਾਨੀ ਦੀ ਗੱਲ ਤੁਰ ਪਈ ਆ, ਤੁਸੀਂ ਤੁਹਾਡੀ ਉਸ ਬਾਰੇ ਕੀ ਸੋਚ? ਉਹ ਬਿਲਕੁਲ ਗਲਤ ਸੀਗੇ ਜੀ ਕਿਉਂਕਿ ਹੁਣ ਤੁਸੀਂ ਦੇਖੋ ਆਪਾਂ ਜਿਹੜੇ ਕਿਸਾਨ ਇਕੱਠੇ ਹੋਏ ਸਿੱਧੀ ਜੀ ਗੱਲ ਜੇ ਆਪਾਂ ਅਨਪੜ੍ਹ ਬੰਦੇ ਨੇ ਵੀ ਦੱਸਣਾ ਹੋਵੇ ਵੀ ਇੰਨੇ ਕਿਸਾਨ ਤਾਂ ਗਲਤ ਨਹੀਂ ਹੋ ਸਕਦੇ। ਉਹ ਤਾਂ ਹੁਣ ਆਪਾਂ ਨੂੰ ਪਤਾ ਵੀ ਇਹ ਜਿਹੜੇ ਇੰਡਸਟਰੀਅਲਾਈਜੇਸ਼ਨ ਲਿਆਉਣਾ ਚਾਹੁੰਦੇ ਆ, ਪ੍ਰਾਈਵੇਟਾਈਜੇਸ਼ਨ ਲਿਆਉਣਾ ਚਾਹੁੰਦੇ ਆ ਕਿਸਾਨਾਂ ਨੂੰ ਤਾਂ ਇਹ ਥੱਲੇ ਉਹ ਕਰੀ ਜਾਂਦੇ ਆ। ਇਹ ਨਹੀਂ ਦੇਖਦੇ ਹੈਗੇ ਵੀ ਜੇ ਕਿਸਾਨੀ ਹੀ ਖਤਮ ਹੋ ਗਈ ਤਾਂ ਤੁਹਾਡੀਆਂ ਇੰਡਸਟਰੀਆਂ ਕਿੱਥੋਂ ਚੱਲਣਗੀਆਂ। ਇੱਕ ਆਪਣੇ ਨਕਸ਼ਾ ਬਣਿਆ ਵਾ ਨਕਸ਼ਾ ਇਹ ਨਾ ਤਾਂ ਵੀ ਚਲੋ ਮੈਂ ਦੇਖਿਆ ਮੈਨੂੰ ਲੱਗਾ ਵੀ ਨਾ ਤਾਂ ਇਹ ਪੰਜਾਬ ਦਾ ਨਾ ਵੀ ਭਾਰਤ ਦਾ ਨਾ ਵੀ ਕਿਤੇ ਦੇਖਣ ਨੂੰ ਲੱਗ ਹੀ ਨਹੀਂ ਰਿਹਾ ਕਿ ਸਾਨੂੰ ਅਜਰ ਪਤਾ ਹੀ ਨਹੀਂ ਇਸ ਚੀਜ਼ ਬਾਰੇ। ਇਸ ਨਕਸ਼ੇ ਬਾਰੇ ਥੋੜਾ ਚਾਨਣਾ ਪਾਇਓ। ਇਹ ਜੀ ਅਸੀਂ ਪੁਰਾਣੇ ਪੰਜਾਬ ਦਾ ਨਕਸ਼ਾ ਬਣਾਇਆ ਜਾਨੀ ਜਿਹੜਾ ਵੀ 47 ਤੋਂ ਬਣਦਾ। ਹਾਂਜੀ ਉਦੋਂ ਪਹਿਲਾਂ ਜਿਹੜਾ ਉਹ ਪੰਜਾਬ ਸੀਗਾ ਉਹਦਾ ਨਕਸ਼ਾ ਬਣਾਇਆ ਵੀ ਜਿਹੜੇ ਹੁਣ ਜੋ ਵੀ ਵੀ ਉਹ ਹੁਣ ਵਿਚਾਲੇ ਪੰਜਾਬ ਉਹਨੂੰ ਅਸੀਂ ਸੋਚਦੇ ਹਾਂ ਵੀ ਹਾਈਲਾਈਟ ਕਰਾਂਗੇ ਥੋੜਾ ਜਿਹਾ ਕਿਸੇ ਹੋਰ ਰੰਗ ਨਾਲ ਵੀ ਉਹ ਹੁੰਦਾਗਾ ਵਿੱਚ ਇਹਦੇ ਨਦੀਆਂ ਬਣਾਵਾਂਗੇ ਜੋ ਆਪਣੀਆਂ ਨਦੀਆਂ ਨੇ। ਤੇ ਇੱਕ ਇਹਦਾ ਇਹ ਅਸੀਂ ਸੋਚਿਆ ਹੈਗਾ ਵੀ ਇਹਨੂੰ ਪੰਜਾਬ ਲਿਖਣ ਦੀ ਜਗ੍ਹਾ ਪੰਜ ਆਬ ਲਿਖਾਂਗੇ। ਪੰਜ ਆਬ ਕਿਉਂਕਿ ਇਹ ਅਸਲ 'ਚ ਤਾਂ ਜੋ ਨਾਮ ਹੈ ਉਹ ਪੰਜ ਆਬ ਹੀ ਹੈ, PUNJAB ਕਹਿਣੇ ਆ ਤਾਂ ਉਹ ਆਪਾਂ ਪੰਜਾਬ ਕਹਿ ਦਿੰਦੇ ਆ ਇਕੱਠਾ ਹੀ ਪਰ ਅਸਲ 'ਚ ਇਹ ਪੰਜ ਆਬ ਹੈ। ਅਸਲ 3 ਨਕਸ਼ੇ ਬਣੇ ਪਏ ਨੇ
ਦਾ ਆਪਣੇ ਪੰਜਾਬ ਦਾ ਹੋ ਗਿਆ, ਹਾਂਜੀ ਹਾਂਜੀ। ਲੈਫਟ ਸਾਈਡ ਕਿਹੜੇ ਪੰਜਾਬ ਦਾ? ਇੱਕ ਜੀ ਆਪਣਾ ਜਿਹੜਾ ਪੁਰਾਣਾ ਪਾਕਿਸਤਾਨ ਵਾਲਾ ਪੰਜਾਬ ਹੋ ਗਿਆ ਜੀ, ਇਹ ਵੰਡ ਤੋਂ ਪਹਿਲਾਂ ਜਿਹੜੇ ਹਿੱਸੇ ਸੀਗੇ ਠੀਕ ਆ। ਉਹ ਸੀਗੇ। ਹੁਣ ਜਿਵੇਂ ਵੰਡ ਹੋ ਗਿਆ, ਹੁਣ ਆਪਣੇ ਕੋਲ ਇੱਕ ਪੰਜਾਬ ਰਹਿ ਗਿਆ। ਆਪਾਂ ਕਹਿ ਸਕਦੇ ਹਾਂ ਵੀ ਆਪਣੇ ਸੰਦਾ ਕਿੰਨਾ ਵੱਡਾ ਪੰਜਾਬ ਸੀ, ਹੁਣ ਤਾਂ ਇੱਕ ਨਿੱਕਾ ਟੁਕੜਾ ਜਿਹਾ ਦੇਖਿਆ ਜਾਵੇ ਸਭ ਤੋਂ ਛੋਟਾ ਟੁਕੜਾ ਹਾਂਜੀ। ਰਹਿ ਚੁੱਕਿਆ। ਪੀਲਾ ਰੰਗ ਅਸੀਂ ਤਾਂ ਕੀਤਾ ਵੀ ਪੰਜਾਬ ਨੂੰ ਆਪਾਂ ਸੋਨੇ ਦੀ ਚਿੜੀ ਕਹਿੰਦੇ ਸੀ। ਸਹੀ ਗੱਲ ਆ, ਸੋਨੇ ਦੀ ਚਿੜੀ। ਠੀਕ ਆ, ਸਹੀ ਗੱਲ, ਬਹੁਤ ਵਧੀਆ ਸੋਚ ਆ ਤੁਹਾਡੀ। ਤੇ ਇਸ ਤੋਂ ਅੱਗੇ ਸੰਤ ਥੋੜਾ ਜਿਹਾ ਵੀ ਅੱਗੇ ਬੰਦਾ ਜੰਮਦਾ ਸਿਰੀ ਹੈ, ਟਕਿਆਂ ਦੀ ਪੀਰੀ ਹੈ, ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ, ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ। ਅਸੀਂ ਬਣੇ ਸੁਣੀ ਆ ਤਕਰੀਬਨ ਆਲਮੋਸਟ ਅਸੀਂ ਵੀ ਹਰ ਇੱਕ ਨੇ ਸੁਣੀ ਹੋ, ਹਾਂਜੀ। ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ, ਪਰ ਉੱਪਰੋਂ ਕਿਸੇ ਨੇ ਨਹੀਂ ਉਹ ਚੀਜ਼ ਪੂਰੀ ਦਰਸਾਈ ਗਈ ਸੀਗੀ। ਹਾਂਜੀ ਤੇ ਹਾਂਜੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਜੀ ਬਹੁਤ ਵਧੀਆ ਕਵਿਸ਼ਰੀ ਰਹੇ ਨੇ ਇਹਨਾਂ ਦੇ। ਸਾਨੂੰ ਸੀਗਾ ਵੀ ਜੇ ਆਪਾਂ ਜਿਹੜੇ ਪਹਿਲਾਂ ਮਹਾਨ ਕਵੀ ਰਹੇ ਨੇ ਉਹਨਾਂ ਬਾਰੇ ਵੀ ਅੱਜ ਦੀ ਪੀੜ੍ਹੀ ਨੂੰ ਪਤਾ ਲੱਗੇ। ਹੁਣ ਇੱਥੇ ਸਾਰੇ ਸਟੂਡੈਂਟ ਆਉਂਦੇ ਰਹਿੰਦੇ ਆ, ਪਰ ਉਹਨਾਂ ਦਾ ਇੰਨਾ ਰੁਝੇਵਾਂ ਨਹੀਂ ਹੈਗਾ ਇਹ ਚੀਜ਼ਾਂ ਦੇ ਵਿੱਚ, ਜਾਂ ਆਪਣੇ ਪੰਜਾਬ ਦਾ ਇਤਿਹਾਸ ਕੀ ਰਿਹਾ, ਜਾਂ ਕੌਣ ਮਹਾਨ ਕਵੀ ਕਿਹੜੇ ਰਹੇ ਨੇ। ਤਾਂ ਅਸੀਂ ਉਹਨਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਦੀਆਂ ਕੁਝ ਕਵਿਤਾ ਚੋਂ ਕੁਝ ਤੁਕਾਂ ਲਿਖੀਆਂ ਨੇ ਵੀ। ਇਹ ਪੜ੍ਹ ਕੇ ਉਹਨਾਂ ਨੂੰ ਵੀ ਹੋਵੇ ਵੀ ਜੇ ਕਿਸੇ ਨੂੰ ਇੱਥੇ ਬਣਾਇਆ ਗਿਆ ਤਾਂ ਕਿਸੇ ਕਾਰਨ ਕਰਕੇ ਬਣਾਇਆ ਗਿਆ, ਤਾਂ ਉਹ ਹੋਰ ਇਸ ਚੀਜ਼ ਬਾਰੇ ਪੜ੍ਹਨ। ਅੱਗੇ 35 ਲਿਖੀ ਹੋਈ ਆ ਆਪਣੇ ਊੜੇ ਆੜੇ ਦੇ ਅੱਖਰ। ਹਾਂਜੀ। ਤਕਰੀਬਨ 95% ਮੈਂ ਕਹਿ ਸਕਦਾ ਵੀ 5% ਹੀ ਹੋਣਗੇ ਜਿਨ੍ਹਾਂ ਨੂੰ 35 ਆਉਂਦੀ ਹੋ। ਹਾਂਜੀ। ਤੇ 95% ਨੂੰ ਨਹੀਂ ਆ ਰਹੀ 35। ਹਾਂਜੀ। ਇਹ ਚੀਜ਼ ਵੀ ਕਿਉਂ ਮੈਡਮ ਕਿੱਦਾਂ ਆ ਵੀ ਜੋ ਬੈਠਾ ਪੀ ਰਿਹਾ ਸਿੱਧਾ ਵੀ ਇੱਥੇ ਆ ਗਿਆ ਇੱਕ ਵਾਰ। ਜਿਵੇਂ ਇਹ ਦੂਰੋਂ ਵੀ ਦੇਖਦੇ ਅਸੀਂ ਰੰਗ ਵੀ ਇਹਦੇ 'ਚ ਤਾਂ ਹੀ ਇਹੋ ਜਿਹੇ ਭਰੇ ਵੀ ਦੂਰੋਂ ਹਾਈਲਾਈਟ ਹੋਵੇ, ਵੀ ਬੰਦਾ ਇਹਦੇ ਬੈਠੇ ਐਵੇਂ ਨਿਗਾਹ ਚੱਲਦੀ ਹੈ ਤਾਂ ਬੰਦਾ ਉਹੀ ਇੱਕ ਵਾਰ ਐਂ ਹੁੰਦਾ ਵੀ ਚੱਲ ਪੜ੍ਹ ਹੀ ਲਈਏ, ਤਾਂ ਉਹ ਹੋਰ ਉਹਦੇ ਨਾਲ ਵਾਕਫ ਹੋਣਗੇ ਇਸ ਚੀਜ਼ ਨਾਲ, ਵੀ ਧਿਆਨ 'ਚ ਰਹੂਗਾ। ਕੁਝ ਤਸਵੀਰਾਂ ਅਧੂਰੀਆਂ ਨੇ। ਇਹ ਜੀ ਆਪਾਂ ਭਗਤ ਸਿੰਘ ਜੀ ਦੀ ਬਣਾ ਰਹੇ ਹਾਂ, ਤੇ ਉਹ ਇਹ ਆ ਵੀ ਉਹਨਾਂ ਦੇ ਛੋਟੇ ਹੁੰਦਿਆਂ ਦੀ ਤੇ ਹੁਣ, ਤੇ ਇਹਦੇ ਨਾਲ ਆਪਾਂ ਇਹਨਾਂ ਦੀਆਂ ਕੁਝ ਲਿਖਾਂਗੇ, ਲਾਈਨਾਂ ਇਹਨਾਂ ਬਾਰੇ ਕੁਝ ਲਿਖਾਂਗੇ, ਇਤਿਹਾਸ ਥੋੜਾ ਜਿਹਾ ਲਿਖਾਂਗੇ ਜੀ। ਜੋ ਇਹਨਾਂ ਦੇ ਕਹਿਣੇ ਸੀਗੇ ਵੀ ਹੁਣ ਇਹਨਾਂ ਨੇ ਇੰਨੀ ਨਿੱਕੀ ਉਮਰ ਦੇ ਵਿੱਚ ਹੀ ਕਿੰਨਾ ਜਜ਼ਬਾ ਸੀ ਇਹਨਾਂ 'ਚ, ਕਿੰਨਾ ਜੋਸ਼ ਸੀਗਾ, ਵੀ ਜੋ ਆਪਣੇ ਅੱਜ ਦੇ ਯੂਥ ਆ ਉਹ ਵੀ ਇਹ ਦੇਖ ਕੇ ਵੀ ਗਲਤ ਕੰਮਾਂ ਵੱਲ ਜਾਈ ਜਾਂਦੇ ਆ, ਆਪਾਂ ਨਸ਼ਿਆਂ 'ਚ ਇੰਨੇ ਜਾਣੇ ਪਈ ਜਾਂਦੇ ਆ, ਵੀ ਕਿਉਂ ਨਾ ਆਪਾਂ ਕਿਉਂ ਨਹੀਂ ਇੰਨੇ ਉਹ ਹੋ ਸਕਦੇ ਜਜ਼ਬੇ ਵਾਲੇ। ਭੈਣ, ਨਸ਼ਿਆਂ ਦੇ ਟੌਪਿਕ ਤੋਂ ਮੈਨੂੰ ਗੱਲ ਯਾਦ ਆਈ ਆ, ਨਸ਼ੇ ਆਪਣੀਆਂ ਸਰਕਾਰਾਂ ਹੀ ਵਗਾਉਂਦੀਆਂ ਨੇ। ਹਾਂਜੀ। ਮੈਂ ਇੱਕ ਪੱਤਰਕਾਰ ਹੋ ਕੇ ਗੱਲ ਕਹਿ ਰਿਹਾ ਵਾਂ ਵੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੀ ਸਰਕਾਰਾਂ ਦਾ ਕਿੰਨੇ % ਹੱਥ ਹੈਗਾ? ਜਿਸ ਤਰ੍ਹਾਂ ਪਿੱਛੋਂ ਰੋਕ ਦੇਣ ਤਾਂ ਕਿੰਨਾ ਫਰਕ ਪੈ ਸਕਦਾ ਇਹਨਾਂ ਦੀ ਇਹ ਚੀਜ਼ ਦੇ ਵਿੱਚ, ਕਿਉਂਕਿ ਉਹਨਾਂ ਦੇ ਹੱਥ ਵਿੱਚ ਬਹੁਤ ਕੁਛ ਆ, ਪਰ ਇਹਦੇ ਵਿੱਚ ਆਪਾਂ ਇੱਕ ਪਾਸੇ ਦਾ ਇੱਕ ਧਿਰ ਨੂੰ ਗਲਤ ਨਹੀਂ ਦਰਸਾ ਸਕਦੇ, ਕਿਉਂਕਿ ਜੇ ਹੁਣ ਨਾ ਕਰਨ ਇਹ ਤਾਂ ਆਪਣੇ ਹੱਥ 'ਚ ਹੁੰਦਾ ਨਾ ਵੀ ਆਪਾਂ ਨਸ਼ਿਆਂ 'ਚ ਪੈਣਾ ਕਿ ਨਹੀਂ ਪੈਣਾ। ਯੂਨੀਵਰਸਿਟੀ ਜਿੱਦਾਂ ਜ਼ਿਆਦਾਤਰ ਸਟੂਡੈਂਟਾਂ ਨੂੰ ਵਰਤਿਆ ਜਾਂਦਾ ਵਾ ਵੀ ਅਕਾਲੀ ਦਲ, ਕਾਂਗਰਸੀ ਐਸਓਈ ਲਾ ਦਿੰਦੇ ਨੇ, ਜੋਥ ਦੇ ਪ੍ਰਧਾਨ ਲਾ ਦਿੰਦੇ ਨੇ, ਤੇ ਉਹ ਆਪਣੇ ਵੀ ਤੁਹਾਡਾ ਉਸ ਦੇ ਵਿਚਾਰੇ ਬਾਰੇ ਕੀ ਵਿਚਾਰ ਨੇ ਵੀ ਇਹਨਾਂ ਨੌਜਵਾਨ ਪੀੜ੍ਹੀ ਨੂੰ ਇਸ ਪਾਸਿਓਂ ਹਟਣਾ ਚਾਹੀਦਾ ਜਾਂ ਨਹੀਂ? ਨਹੀਂ ਜੀ, ਮੈਂ ਇਹ ਨਹੀਂ ਕਹੂੰਗੀ ਵੀ ਬਿਲਕੁਲ ਹਟਣਾ ਹੀ ਚਾਹੀਦਾ, ਕਿਉਂਕਿ ਅੱਜ ਕੱਲ੍ਹ ਹੁਣ ਜਿਹੜੇ ਲੀਡਰ ਆ ਆਪਣੇ ਕਿੰਨੇ ਵੱਡੀਆਂ ਉਮਰਾਂ ਦੇ ਨੇ, ਪੜ੍ਹੇ ਲਿਖੇ ਨਹੀਂ ਹੈਗੇ, ਤੇ ਜਿਹੜਾ ਯੂਥ ਆ ਉਹ ਪੜ੍ਹਿਆ ਲਿਖਿਆ। ਜੇ ਹੁਣ ਉਹ ਜਾਂਦੇ ਆ, ਇਹ ਚੀਜ਼ 'ਤੇ ਡਿਪੈਂਡ ਕਰੂਗਾ ਵੀ ਜੇ ਉਹ ਆਪਦੀ ਸੋਚ ਲੈ ਕੇ ਜਾਣ ਤਾਂ ਸ਼ਾਇਦ ਕੁਝ ਬਦਲਾਵ ਆ ਸਕਦਾ ਗਾ। ਕੋਈ ਕਿਸੇ ਨੂੰ ਤਾਂ ਕੋਈ ਸਿਆਣੀ ਗੱਲ ਕਰਨੀ ਪਊਗੀ, ਫੇਰ ਹੀ ਕੋਈ 2-4 ਜਾਣੇ ਪਿੱਛੇ ਲੱਗਣਗੇ। ਉਹ ਉੱਥੇ ਜਾ ਕੇ ਉਹਨਾਂ ਦੇ ਮਗਰ ਨਾ ਲੱਗਣ, ਬਲਕਿ ਉਹਨਾਂ ਮਤਲਬ ਆਪਦੀ ਸੋਚ ਜੋ ਹੈਗੀ ਆ, ਜੋ ਚੰਗੇ ਕੰਮ ਉਹ ਕਰ ਸਕਦੇ, ਜਿੰਨਾ ਕੁ ਕਰ ਸਕਦੇ ਆ ਉਹ ਕਰਨ, ਜਿਹਦੇ ਨਾਲ ਹੌਲੀ-ਹੌਲੀ ਬਦਲਾਵ ਆ ਸਕਦਾ। ਭੈਣ, ਨੌਜਵਾਨ ਪੀੜ੍ਹੀ ਜੇ ਕੋਈ ਨੌਜਵਾਨ ਮੂਹਰੇ ਜਾਂ ਕੋਈ ਨੌਜਵਾਨ ਆਉਣਾ ਚਾਹੁੰਦਾ ਮੂਹਰੇ ਆਉਣ, ਸਾਨੂੰ ਸਰਕਾਰਾਂ ਕਿਸੇ ਨਾ ਕਿਸੇ ਕੇਸ ਵਿੱਚ ਫਸਾ ਦਿੰਦੀਆਂ ਨੇ, ਕੁਛ ਨਾ ਕੁਛ ਕਰਦੇ। ਜਿੱਦਾਂ ਤੁਸੀਂ ਲਾ ਲਓ, ਠੀਕ ਹੈ, ਤੁਸੀਂ ਜੇ ਹੁਣ ਆਉਣਾ ਚਾਹੋ, ਕੁਛ ਵੀ ਸਟੈਪ ਚੱਕੋ, ਹਾਈਲਾਈਟਸ ਹੋਣ ਤੋਂ ਤੁਹਾਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਜਾਊਗਾ। ਤੇ ਇਸ ਟੌਪਿਕ ਤੇ ਲੱਖਾ ਸਧਾਣਾ ਆਇਆ ਸੀ ਪੰਜਾਬੀ ਬੋਲੀ ਦੇ ਉੱਤੇ, ਉਹ ਇੱਕ ਹਾਈਲਾਈਟ ਚਿਹਰਾ ਸੀ, ਉਹ ਤਾਂ ਕਰਕੇ ਉਹਦੇ ਮਗਰ ਲੋਕ ਜੁੜੇ ਹੋਏ ਸੀਗੇ, ਬਚਿਆ ਆ ਰਿਹਾ ਵਾ। ਪਰ ਜੇ ਆਮ ਨੌਜਵਾਨ ਮੂਹਰੇ ਹੋਣਾ ਚਾਹਵੇ ਤੇ ਉਹਦਾ ਤੁਸੀਂ ਆਪ ਸੋਚ ਸਕਦੇ ਹੋ ਕੀ ਅਸਰ ਹੋ। ਜੀ ਗੱਲ ਬਿਲਕੁਲ ਸਹੀ ਹੈ, ਪਰ ਫਿਰ ਉੱਥੇ ਇਹੀ ਹੈ ਵੀ ਜੀ ਜਾਵੇ ਆਪਣੇ ਹੋਰ ਨੌਜਵਾਨ ਇਕੱਠੇ ਹੋ ਕੇ ਆਈ ਕਰਨ। ਹੁਣ ਕਿਸਾਨਾਂ ਦੇ ਵਿੱਚ ਜੇ ਇੱਕ ਕਿਸਾਨ ਤੁਰ ਪੈਂਦਾ ਕੀ ਕਰ ਲੈਂਦੇ? ਸਹੀ ਗੱਲ, ਇਕੱਠੇ ਹੋ ਕੇ ਚੱਲੇ ਆ ਤਾਂ ਸਾਰੇ ਮਸਲੇ ਵੀ ਹੱਲ ਹੋਏ ਨੇ ਜੀ। ਠੀਕ ਆ। ਉਸ ਤੋਂ ਅੱਗੇ ਇੱਕ ਤਸਵੀਰ ਹੋਰ ਅਧੂਰੀ ਆ,
ਇਹ ਤਸਵੀਰ ਬਾਰੇ ਥੋੜਾ ਜਿਹਾ ਚਾਨਣਾ ਜ਼ਰੂਰ ਪਾਇਓ। ਹਾਂਜੀ, ਇਹ ਨੇ ਜੀ ਬਾਬੂ ਰਜਬ ਅਲੀ ਤੇ ਇਹ ਵੀ ਆਪਣੇ ਬਹੁਤ ਮਹਾਨ ਕਾਫੀ ਰਹੇ ਨੇ ਤੇ ਇਹ ਆਪਣੇ ਉਧਰ ਪਾਕਿਸਤਾਨ ਵਾਲੇ ਪੰਜਾਬ ਵੱਲ ਦੇ ਆ ਜਾਂਦੇ ਆ, ਲਹਿੰਦੇ ਪੰਜਾਬ ਵੱਲ। ਲੈਂਦੇ ਲਾਹੌਰ ਵਾਲੀ ਸਾਈਡ ਤੋਂ ਹਾਂਜੀ, ਲਾਹੌਰ ਵਾਲੀ ਸਾਈਡ ਤੋਂ ਆ ਜਾਂਦੇ ਆ ਜੀ। ਤੇ ਇਹਨਾਂ ਦੀਆਂ ਬਹੁਤ ਸੋਹਣੀਆਂ ਕਵਿਤਾਵਾਂ ਰਹੀਆਂ ਨੇ ਤੇ ਉਹਨਾਂ ਦੀ ਵੀ ਹੁਣ ਅਸੀਂ ਦੇਖ ਰਹੇ ਹਾਂ ਵੀ ਕਿਹੜੀ ਲਿਖੀ ਜਾਵੇ ਵੀ ਜਿਹਨੂੰ ਪੜ੍ਹ ਕੇ ਸਾਰਿਆਂ ਨੂੰ ਹੋਵੇ ਵੀ ਹਾਂ ਇਹਨਾਂ ਬਾਰੇ ਹੋਰ ਪੜ੍ਹੀਏ। ਸਰਕਾਰਾਂ ਦਾ ਆਪਣੇ ਜਿਹੜੀ ਪਾਕਿਸਤਾਨ ਦੇ ਨਾਗ ਰੱਖਿਆ ਵੀ ਪਾਕਿਸਤਾਨ ਨਾਲ ਲੜਾਈ ਲੱਗ ਗਈ ਜੀ, ਆ ਗਏ ਇੱਕ ਦੂਸਰੇ ਲੋਕਾਂ ਦੇ ਮਨਾਂ ਦੇ ਵਿੱਚ ਹਾਂਜੀ। ਇੱਕ ਜ਼ਹਿਰ ਘੋਲਿਆ ਗਿਆ ਵਾ। ਬਿਲਕੁਲ ਜੀ। ਪਰ ਆਹ ਕਿਸਾਨੀ ਸੰਘਰਸ਼ ਹੋ ਗਿਆ ਜਾਂ ਜਿੱਦਾਂ ਵੀ ਹੁਣ ਸਰਕਾਰਾਂ ਦਾ ਚਿਹਰਾ, ਜਿਵੇਂ ਕਰਤਾਰਪੁਰ ਦਾ ਲਾਂਘਾ ਖੁੱਲ ਗਿਆ, ਹਾਂਜੀ। ਆਪਾਂ ਖਬਰਾਂ ਦੇਖਦੇ ਆ ਉਧਰ ਦੀਆਂ, ਹਾਂਜੀ। ਉਸ ਨਾਲ ਦੇਖਦਾ ਯਾਰ ਸਾਡੇ ਤਾਂ ਕੋਈ ਲੜਾਈ ਵੀ ਹੈ ਨਹੀਂ ਗੀ। ਬਿਲਕੁਲ ਜੀ, ਉਹ ਤਾਂ ਸਾਰੇ ਤਾਂ ਹੈ ਤਾਂ ਇਨਸਾਨ ਹੀ ਆ ਨਾ ਜੀ, ਉਹ ਤਾਂ ਹੁਣ ਆਪਣੇ 'ਚ ਭਰੀ ਜਾਂਦੇ ਆ। ਹੈ ਤਾਂ ਉਹ ਪੰਜਾਬ ਵੀ ਇੰਨਾ ਹੀ ਸੋਹਣਾ ਗਾ। ਹੁਣ ਇੱਕ ਤੁਸੀਂ ਦੇਖੋ ਉੱਤੇ ਹਸਨ ਟਿਵਾਣਾ ਕਰਕੇ ਉਧਰ ਦੇ ਲਹਿੰਦੇ ਪੰਜਾਬ ਦੇ ਫੋਟੋਗ੍ਰਾਫਰ ਨੇ, ਉਹ ਇੱਥੋਂ ਇੱਧਰਲੇ ਆਪਣੇ ਚੜ੍ਹਦੇ ਪੰਜਾਬ ਵਾਲਿਆਂ ਨਾਲ ਉਹਨਾਂ ਦੇ ਲਿੰਕ ਹੈਗੇ ਆ, ਉਹਨਾਂ ਦੇ ਸਾਰੇ ਇੱਧਰ ਦੇ ਮਿੱਤਰ ਹੈਗੇ ਨੇ, ਫੋਟੋਗ੍ਰਾਫਰ ਮਿੱਤਰ ਜਿਹੜੇ ਹੈਗੇ ਆ, ਤਾਂ ਉਹ ਬੜੇ ਸੋਹਣੇ ਤਰੀਕੇ ਨਾਲ ਸਾਂਝੇ ਪੰਜਾਬ ਦੀਆਂ ਫੋਟੋਆਂ ਹੋ ਗਈਆਂ, ਲਹਿੰਦੇ ਦੀਆਂ ਚੜ੍ਹਦੇ ਦੀਆਂ ਸ਼ੇਅਰ ਕਰਦੇ ਆ। ਤੇ ਉਹ ਪੰਜਾਬ ਵੀ ਜਮਾਂ ਆਪਣੇ ਵਰਗਾ ਗਾ, ਤਾਂ ਕਿਉਂ ਇਹ ਇੰਨੀ ਨਫ਼ਰਤ ਨਾ ਭਰੀ ਜਾਵੇ। ਜਿਹੜੀ ਸਰਕਾਰਾਂ ਨਫ਼ਰਤ ਭਰ ਰਹੀਆਂ। ਹਾਂਜੀ। ਤੇ ਉਸ ਤੋਂ ਅੱਗੇ ਵੀ ਆਪਣਾ ਜਿੱਥੇ ਮੂਹਰੇ ਕਹਿੰਦੇ ਆ ਤੁਹਾਡੀ ਆਪਾਂ ਕੰਟੀਨ ਦਾ ਹੁਣ ਨਹੀਂ ਕਹਿ ਸਕਦੇ, ਹੁਣ ਤੱਕ ਕੈਫੇ ਕਹਾਂਗੇ। ਹਾਂ ਜੇ ਆਹ ਚੀਜ਼ ਨਾ ਹੁੰਦੀ ਫਿਰ ਆਪਾਂ ਆ ਕੇ ਕਹਿੰਦੇ ਬਈ ਕੰਟੀਨ ਦੇ ਅੱਗੇ ਆਪਾਂ ਉਹ ਚੀਜ਼ ਹੈਗੀ ਆ, ਹੁਣ ਆਪਾਂ ਨੂੰ ਕੰਟੀਨ ਨਹੀਂ ਕਹਾਂਗੇ, ਕੈਫੇ ਹੀ ਕਹਾਂਗੇ, ਇੱਕ ਫਾਰਮ ਵਿਊ ਕੈਫੇ। ਹਾਂਜੀ, ਬਿਲਕੁਲ ਜੀ। ਠੀਕ ਹੈ ਭੈਣੋ, ਉਸ ਤੋਂ ਅੱਗੇ ਆਹ ਮੂਹਰੇ ਦਰਿਆਵਾਂ ਦੇ ਬਾਰੇ ਦਰਸਾਇਆ ਗਿਆ ਵਾ। ਹਾਂਜੀ। ਇਹਨਾਂ ਦੇ ਬਾਰੇ ਥੋੜਾ ਜਿਹਾ ਚਾਨਣਾ ਜ਼ਰੂਰ ਪਾ ਕੇ ਕੈਮਰਾਮੈਨ ਨੂੰ ਕਹੂੰਗਾ ਵੀਰ ਜ਼ਰੂਰ ਦਿਖਾਇਆ ਜਾਵੇ। ਉਹ ਆਪਣੇ ਪੰਜਾਬ ਦਾ ਨਾਮ ਹੀ ਇਹਨਾਂ ਤੇ ਆ, 5 ਦਰਿਆ 5 ਆਬ। ਤਾਂ ਸਾਨੂੰ ਹੈਗਾ ਵੀ ਜਿਹੜਾ ਵੀ ਇੱਥੇ ਆਵੇ ਮਤਲਬ ਹਰ ਕੋਈ ਇਹ ਨਾਮਾਂ ਨਾਲ ਵਾਕਿਫ ਹੋਵੇ, ਉਹਨਾਂ ਨੂੰ ਪਤਾ ਹੋਵੇ ਵੀ ਕਿਹੜੇ ਕਿਹੜੇ ਹੈਗੇ ਆ। ਫਿਰ ਇੱਕ ਠੇਠ ਕਹਿੰਦਾ ਮਹਿਫਲ ਮਿੱਤਰਾਂ ਦੀ, ਚਲੋ ਬੈਠੇ ਆ ਪਰਿਵਾਰਕ ਮੈਂਬਰ ਸਾਰੇ ਬੈਠੇ ਤੇ ਇੱਕ ਮਹਿਫਲ ਵਾਲਾ ਕੰਮ ਹੀ ਆ ਵੀ ਜਿੱਦਾਂ ਪਰਿਵਾਰ ਦੇ ਵਿੱਚ ਆਪਾਂ ਬੈਠ ਕੇ ਦੁੱਖ ਸੁੱਖ ਸਾਂਝੇ ਕਰਦੇ ਆ, ਚਾਹ ਪੀਣ ਤੋਂ ਬਾਅਦ ਕੌਫੀ ਪੀਣ ਤੋਂ ਬਾਅਦ ਦੁੱਖ ਸੁੱਖ ਸਾਰੇ ਹੁੰਦੇ ਸਾਂਝੇ ਸੀ। ਬਿਲਕੁਲ ਜੀ, ਬਿਲਕੁਲ। ਇੱਥੇ ਕਈ ਸਟੂਡੈਂਟ ਵੀ ਆਉਂਦੇ ਆ, ਪ੍ਰੋਫੈਸਰ ਵੀ ਆਉਂਦੇ ਆ, ਬਾਹਰੋਂ ਵੀ ਲੋਕ ਆਉਂਦੇ ਆ, ਸਵੇਰੇ ਸੈਰ ਕਰਨ ਆਏ ਵੀ ਸਾਰੇ ਇੱਥੋਂ ਹੀ ਚਾਹ ਪੀ ਕੇ ਜਾਂਦੇ ਆ, ਕਿਉਂਕਿ ਇੱਥੋਂ ਦਾ ਜੋ ਮਾਹੌਲ ਹੈ ਉਹ ਜਮਾਂ ਪਿੰਡਾਂ ਵਰਗਾ ਹੈ। ਇੱਥੇ ਆਪਾਂ ਨੂੰ ਖੇਤ, ਇੰਨੇ ਦਰਖਤ ਲੱਗੇ ਹੋਏ ਆ ਵੀ ਉਹ ਇਹ ਚੀਜ਼ ਨੂੰ ਬਦਲਿਆ ਨਹੀਂ ਗਿਆ ਹੈਗਾ। ਜਿਵੇਂ ਅੱਜ ਕੱਲ੍ਹ ਜ਼ਿਆਦਾਤਰ ਜਿਹੜੇ ਕੈਫੇ ਹੁੰਦੇ ਆ ਉਹਨਾਂ ਨੂੰ ਥੋੜ੍ਹੇ ਮਾਡਰਨ ਲੁੱਕ ਦੇ ਦਿੱਤੀ ਜਾਂਦੀ, ਇਹਨੂੰ ਅਸੀਂ ਕੋਸ਼ਿਸ਼ ਕੀਤੀ ਗਈ ਆ ਵੀ ਉਵੇਂ ਦੀ ਹੀ ਲੁੱਕ ਰੱਖੀ ਜਾਵੇ ਵੀ ਇੱਥੇ ਆ ਕੇ ਆਪਦਾ ਪੰਥ। ਉਸ ਤੋਂ ਅੱਗੇ ਭੈਣ ਇੱਧਰ ਅੰਗਰੇਜ਼ੀ ਥੋੜੀ ਟਿੱਪਣੀ ਕੀਤੀ ਗਈ ਆ, ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ, ਇਹ ਵੀ ਇੱਕ ਅਮੀਰੀ ਪਰ ਨਾ ਭੁੱਲ ਜਾਣ ਜੋਗਿਆ ਕੂੜਾ ਆੜਾ। ਬਿਲਕੁਲ ਜੀ, ਵੀ ਜਿਵੇਂ ਆਪਣੇ ਹੁਣ ਅੱਜ ਦੀ ਲੋੜ ਅੰਗਰੇਜ਼ੀ ਹੈਗੀ ਆ, ਜ਼ਰੂਰ ਹੈਗੀ ਆ ਵੀ ਆਪਾਂ ਜੇ ਕਿਤੇ ਵਿਚਰਨਾ ਹੈ, ਕੋਈ ਜੌਬ ਲੈਣੀ ਆ, ਪਰ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਆਪਾਂ ਆਪਦੀ ਭਾਸ਼ਾ ਦੀਆਂ ਜੜ੍ਹਾਂ ਛੱਡ ਦਈਏ। ਉਹਦੇ ਨਾਲ ਵੀ ਆਪਾਂ ਨੂੰ ਵਾਕਿਫ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੀਆਂ ਅਗਲੀਆਂ ਜੇ ਆਪਾਂ ਹੀ ਛੱਡਤੀਆਂ ਤਾਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਪਤਾ ਕਿੱਥੋਂ ਲੱਗੂਗਾ ਵੀ ਇਹ ਵੀ ਇੱਕ ਭਾਸ਼ਾ ਸੀ, ਹੌਲੀ ਹੌਲੀ ਖਤਮ ਹੀ ਹੋ ਜੂਗੀ। ਤੁਸੀਂ ਭੈਣ ਐਗਰੀਕਲਚਰ ਦੇ ਉੱਤੇ ਕਰ ਰਹੇ ਹੋ ਸਟੱਡੀ, ਤੁਹਾਨੂੰ ਕੀ ਲੱਗਦਾ ਜੋ ਅੱਜ ਕੱਲ੍ਹ ਆਪਣੇ ਪੰਜਾਬ ਦੀ ਜੋ ਐਗਰੀਕਲਚਰ ਆ ਵੀ ਇਹਨੂੰ ਜਿਵੇਂ ਪੈਸਟੀਸਾਈਡ ਕਹਿ ਸਕਦੇ ਆ ਵੀ ਸਾਰਾ ਜ਼ਹਿਰ ਬਣਾ ਦੇ ਤੌਰ ਤੇ ਹੋ ਚੁੱਕਿਆ, ਆਪਾਂ ਕੋਈ ਵੀ ਖੇਤੀ ਕਰਦੇ ਆ ਜ਼ਹਿਰ ਤੋਂ ਬਿਨਾਂ ਹੈ ਨਹੀਂ ਗੀ, ਉਸ ਦੇ ਉੱਤੇ ਤੁਹਾਡੇ ਕੀ ਵਿਚਾਰ? ਇਹ ਜੀ ਹੁਣ ਲੋੜਾਂ ਹੀ ਐਵੇਂ ਦੀਆਂ ਹੋ ਗਈਆਂ ਨੇ, ਕਿਸਾਨਾਂ ਨੂੰ ਤਾਂ ਪਹਿਲਾਂ ਹੀ ਇਹ ਕਿੰਨੇ ਰੇਟ ਦੇ ਰਹੇ ਆ, ਤਾਂ ਆਪਾਂ ਉਹਨਾਂ ਨੂੰ ਤਾਂ ਕਿਸੇ ਹੱਦ ਤੱਕ ਬਲੇਮ ਨਹੀਂ ਕਰ ਸਕਦੇ ਹੈਗੇ। ਇਹ ਇੰਨਾ ਕਰ ਸਕਦੇ ਆ ਵੀ ਜਿਵੇਂ ਹੁਣ ਆਪਣੀ ਯੂਨੀਵਰਸਿਟੀ ਵਾਲੇ ਦੱਸਦੇ ਆ ਵੀ ਜਿਹੜੇ ਫਰਟੀਲਾਈਜ਼ਰ ਵਗੈਰਾ ਹੁੰਦੇ ਆ ਵੀ ਕਿਹੜੀ ਫਸਲ ਵਾਸਤੇ ਕਿੰਨਾ ਕੀ ਯੂਜ਼ ਕਰਨਾ ਹੈ, ਆਪਾਂ ਉਹਨਾਂ ਨੂੰ ਜਾਗਰੂਕ ਕਰ ਸਕਦੇ ਹਾਂ ਇੱਕ ਤਰੀਕੇ ਨਾਲ। ਉਹਨਾਂ ਨੂੰ ਧੱਕਾ ਨਹੀਂ ਕਰ ਸਕਦੇ ਵੀ ਤੁਸੀਂ ਇੰਨਾ ਵਰਤਣਾ ਤਾਂ ਇੰਨਾ ਹੀ ਵਰਤੋ, ਕਿਉਂਕਿ ਉਹ ਵੀ ਤਾਂ ਇੰਨੇ ਚਿਰ ਦੀ ਖੇਤੀ ਕਰਦੇ ਨੇ, ਪਰ ਆਪਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਪਿਆਰ ਨਾਲ ਸਮਝਾ ਸਕਦੇ ਤੁਸੀਂ ਕਰਕੇ ਦੇਖੋ ਜਾਂ ਅਸੀਂ ਤੁਹਾਨੂੰ ਕਰਕੇ ਦਿਖਾਉਣੇ ਆ, ਪਰ ਉਹਨਾਂ ਨੂੰ ਉਹ ਵਾਅਦਾ ਕਰਨ ਵੀ ਜੇ ਕੋਈ ਉਹ ਹੁੰਦਾ ਵੀ ਆ ਉੱਤੇ ਥੱਲੇ ਹੁੰਦਾ ਸਾਡੇ ਕਹਿਣ ਤੇ ਤਾਂ ਉਹਨਾਂ ਨੂੰ ਉਹਨਾਂ ਕੁ ਉਹ ਵੀ ਦਿੱਤਾ ਜਾਵੇ। ਫਿਰ ਪਰਾਲੀ ਦੀ ਗੱਲ ਆਈ ਸੀ, ਭੈਣੇ ਕਹਿੰਦੇ ਪਰਾਲੀ ਨੂੰ ਅੱਗ ਨਾ ਲਾਵੋ, ਅੱਗ ਨਾ ਲਾਵੋ, ਤੇ ਕਿਸਾਨ ਕਹਿੰਦੇ ਵੀ ਅਸੀਂ ਕੀ ਕਰੀਏ। ਸਰਕਾਰ ਨੇ ਕੀ ਕੀਤਾ ਵੀ ਸਪਰੇਹਾਂ ਫ੍ਰੀ ਕਰ ਰਹੀ ਸੀ ਇਸ ਵਾਰ, ਦੇਖਿਆ ਜਾਵੇ ਉਹ ਵੀ ਤਾਂ ਸਪਰੇਅ ਹੈ ਤਾਂ ਜ਼ਮੀਨ ਦੇ ਵਿੱਚ ਹੀ ਆ ਵੀ ਆਪਣਾ ਜ਼ਹਿਰ ਦੇ ਤੌਰ ਤੇ ਓਕੇ ਆਪਾਂ ਨੂੰ ਹੀ ਮਿਲਦੀ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਉਹ ਤਾਂ ਹੁਣ ਆਏ ਕਿਉਂਕਿ ਉਹ ਬਾਅਦ ਚੋਂ ਪਾਣੀ ਨਾਲ ਰਲ ਕੇ ਆਪਣੇ ਤੱਕ ਹੀ ਪਹੁੰਚਦੀ ਆ, ਪਰ ਇਹਦੇ 'ਚ ਇਹੀ ਆ ਜੀ ਵੀ ਉਹਨਾਂ ਨੂੰ ਕਿਸਾਨਾਂ ਨੂੰ ਇਹੀ ਆ ਇੰਨਾ ਕਾ ਵੀ ਸਾਡੀ ਫਸਲ ਵੱਧ ਆਵੇ, ਉਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ, ਉਹਨਾਂ ਨੂੰ ਆਪਦੀ ਫਸਲ ਤੱਕ ਹੁੰਦਾ ਕਿਉਂਕਿ ਉਹਨਾਂ ਦੀ ਆਮਦਨੀ ਉੱਥੋਂ ਹੀ ਹੁੰਦੀ ਹੈ।
ਪਰ ਉਹਦੇ ਵਿੱਚ ਹੁਣ ਜੇ ਉਹਨਾਂ ਨੂੰ ਇੱਕ ਤਰੀਕੇ ਨਾਲ ਸਮਝਾਇਆ ਜਾਵੇ, ਉਹਨਾਂ ਦਾ ਜੇ ਕੋਈ ਨੁਕਸਾਨ ਹੁੰਦਾ ਉਹ ਚੀਜ਼ਾਂ ਉਹਨਾਂ ਕੰਪਨਸੇਟ ਕੀਤਾ ਜਾਵੇ ਤਾਂ ਇਹ ਚੀਜ਼ ਘਟ ਸਕਦੀ ਹੈ। ਹੁਣ ਪਰਾਲੀ ਦਾ ਵੀ ਆਪਾਂ ਕੀ ਕਹਿੰਦੇ, ਪੋਲਿਊਸ਼ਨ ਜਿਹੜਾ ਹੁੰਦਾ ਸਿਰਫ ਤੇ ਸਿਰਫ ਕਿਸਾਨਾਂ ਤੇ ਸਿੱਟ ਦਿੰਦੇ ਆ ਵੀ ਹਾਂ ਇਹ ਸੀਜ਼ਨ 'ਚ ਤਾਂ ਹੁੰਦਾ ਵੀ ਪਰਾਲੀ ਨੂੰ ਅੱਗ ਲੱਗਦੀ ਆ। ਜੇ ਹੁਣ ਇਹ ਅਸ਼ੋਰਿਟੀ ਦੇ ਦੇਣ ਵੀ ਹਾਂ ਅਸੀਂ ਚੱਕਾਂਗੇ, ਇਹ ਕਹਿ ਦਿੰਦੇ ਆ ਵੀ ਹਾਂ ਚੱਕ ਲੈਣਗੇ, ਬਟ ਉਹ ਹੁਣ ਕਿਸਾਨਾਂ ਨਾਲ ਸਾਡੀ ਜੇ ਗੱਲ ਹੁੰਦੀ ਆ ਉਹ ਕਹਿੰਦੇ ਵੀ ਅਸੀਂ ਰੱਖ ਵੀ ਦਿੰਦੇ ਆ ਤਾਂ ਕਿੰਨੀ ਸਾਡੀ ਪਈ ਰਹਿ ਜਾਂਦੀ ਆ, ਲੈ ਕੇ ਨਹੀਂ ਜਾਂਦੇ ਹੈਗੇ, ਕਹਿ ਦਿੰਦੇ ਆ, ਫਿਰ ਉੱਥੇ ਉਹਦਾ ਕੋਲੇ ਹੱਲ ਵੀ ਕੀ ਬਚਦਾ। ਪਰਸੋਂ ਉੱਥੇ ਆਪਣੇ ਸਾਡੇ ਪਿੰਡ ਆਏ ਸੀ ਪੀਏਯੂ ਦੇ ਵਿੱਚੋਂ ਖੁੰਭਾਂ ਦੀ ਖੇਤੀ ਦੇ ਬਾਰੇ ਗੱਲ ਕਰ ਰਹੇ ਸੀਗੇ, ਤੇ ਕਿੱਦਾਂ ਵੀ ਤੁਸੀਂ ਕਿੱਦਾਂ ਦੇਖ ਰਹੇ ਹੋ ਵੀ ਖੁੰਭਾਂ ਦੀ ਖੇਤੀ ਕਿਸਾਨਾਂ ਨੂੰ ਜਿਵੇਂ ਕਹਿੰਦੇ ਬਦਲਵੀਂ ਫਸਲ ਉਗਾਉਣੀ ਚਾਹੀਦੀ ਹੈ? ਜੀ ਉਹ ਹੋ ਸਕਦੀ ਹੈ ਜੀ, ਬਿਲਕੁਲ ਆਪਾਂ ਪਰਾਲੀ 'ਚ ਵੀ ਉਹ ਕਰ ਸਕਦੇ ਹਾਂ ਖੁੰਭਾਂ ਦੀ ਖੇਤੀ। ਤਾਂ ਥੋੜੀ ਕੁ ਥਾਂ ਚਾਹੀਦੀ ਹੈ ਉਹਦੇ ਵਾਸਤੇ, ਬਹੁਤੀ ਥਾਂ ਵੀ ਨਹੀਂ ਚਾਹੀਦੀ ਹੈਗੀ, ਤੇ ਉਹ ਆਪਣੀ ਇੱਕ ਨਾਲ ਆਪਾਂ ਉਹ ਚੀਜ਼ ਤੋਰ ਸਕਦੇ ਹਾਂ। 95% ਦਾ ਪਿੰਡ ਬਿਲਕੁਲ ਜੀ, ਉਹੀ ਚੀਜ਼ ਹੈ, ਫਿਰ ਆਪਣਾ ਇਹੀ ਕੰਮ ਆ ਵੀ ਆਪਾਂ ਇਹ ਚੀਜ਼ਾਂ ਨੂੰ ਜਾਗਰੂਕ ਕਰੀਏ। ਸਾਡੇ ਪਿੰਡ ਇਹ ਚੀਜ਼ ਚੱਲ ਰਹੀ ਸੀ, ਆਏ ਵੇ ਸੀ ਮੈਡਮ ਉਹਦੇ ਦੱਸ ਰਹੇ ਸੀਗੇ, ਉਹ ਸਾਰੇ ਵੀਰ ਕਹਿੰਦੇ ਇਹ ਖੁੰਭਾਂ ਹੁੰਦੀਆਂ ਕਿੱਦਾਂ ਦੀਆਂ, ਸਾਨੂੰ ਇਹ ਨਹੀਂ ਪਤਾ ਵੀ ਖੁੰਭਾਂ ਕਿੱਦਾਂ ਦੀਆਂ ਹੁੰਦੀਆਂ ਨੇ, ਤੇ ਉਹ ਵਿਚਾਰੇ ਕੀ ਫਸਲੋਂ ਉਸ ਨੂੰ ਉਗਾਉਣ। ਉਹੀ ਹੈ ਜੀ, ਵੀ ਹੁਣ ਇਹ ਤਾਂ ਫਿਰ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਉਹਨਾਂ ਨੂੰ ਦੱਸੀਏ ਵੀ ਤੁਸੀਂ ਖੇਤੀ ਦੇ ਨਾਲ ਆਹ ਕੰਮ ਵੀ ਕਰ ਸਕਦੇ ਹੋ, ਨਾ ਤਾਂ ਇਹਦੇ 'ਚ ਤੁਹਾਨੂੰ ਬਹੁਤੀ ਥਾਂ ਦੀ ਲੋੜ ਹੈ, ਇੱਕ ਕਮਰਾ ਚਾਹੀਦਾ, ਸ਼ੈੱਡ ਚਾਹੀਦਾ, ਪਰਾਲੀ ਵਿਛਾਉਣੀ ਆ, ਤੇ ਖੁੰਭਾਂ ਦੀ ਖੇਤੀ ਨਾਲ ਤੁਹਾਡੀ ਐਕਸਟਰਾ ਇਨਕਮ ਹੈ ਥੋੜੇ ਟਾਈਮ ਦੇ ਵਿੱਚ। ਤਾਂ ਉਹ ਹੁਣ ਜੇ ਆਪਾਂ ਜਾਗਰੂਕ ਹੀ ਨਹੀਂ ਕਰਾਂਗੇ ਤਾਂ ਉਹਨਾਂ ਨੂੰ ਪਤਾ ਕਿੱਥੋਂ ਲੱਗੂਗਾ ਜੀ। ਇੱਕ ਬਹੁਤ ਸੋਹਣਾ ਹੋਰ ਉਪਰਾਲਾ ਕੀਤਾ ਪਿਆ ਤੁਹਾਡਾ, ਜਦੋਂ ਆਪਾਂ ਐਂਟਰੀ ਕਰਦੇ ਹਾਂ ਲਾਹੌਰ 159 ਕਿਲੋਮੀਟਰ, ਹਾਂਜੀ, ਪਰਲੀ ਸਾਈਡ ਤੋਂ ਫਾਰਮ ਵਿਊ ਕੈਫੇ 0 ਕਿਲੋਮੀਟਰ। 0 ਕਿਲੋਮੀਟਰ, ਹਾਂਜੀ, ਇਹ ਵੀ ਬਹੁਤ ਸੋਹਣਾ ਉਪਰਾਲਾ। ਤੁਸੀਂ ਇਸ ਤੇ ਵੀ ਕੀ ਕਹਿਣਾ ਚਾਹੁੰਦੇ ਹੋ? ਜੇ ਆਪਾਂ ਦੇਖਿਆ ਜਾਵੇ ਕਿਸੇ ਨੂੰ ਪਤਾ ਨਹੀਂ ਹੋਣਾ ਲਾਹੌਰ ਇੱਥੋਂ ਕਿੰਨੇ ਕਿਲੋਮੀਟਰ। ਹਾਂਜੀ ਬਿਲਕੁਲ ਜੀ। ਹੁਣ ਮੈਂ ਇਸ ਗੱਲ ਨੂੰ ਦੱਸਣਾ ਚਾਹੁੰਦਾ, ਲਾਹੌਰ ਇੱਥੋਂ 159 ਕਿਲੋਮੀਟਰ ਜਾਂ ਵੀ ਅੰਦਾਜ਼ੇ ਨਾਲ ਲਿਖਿਆ ਗਿਆ ਜਾਂ ਵੀ ਇਹ ਜੀ ਵੀ ਆਪਣਾ ਸ਼ਹਿਰ ਤੋਂ ਲਾ ਲਓ ਅੰਦਾਜ਼ੇ ਦੇ ਨਾਲ, ਇਹ ਪਹਿਲਾਂ ਤੋਂ ਲਿਖਿਆ ਗਿਆ ਹੈ ਜਣੀ ਲੁਧਿਆਣਾ ਸ਼ਹਿਰ ਤੋਂ ਹਾਂਜੀ 159 ਕਿਲੋਮੀਟਰ। ਹਾਂਜੀ, ਇਹ ਭਾਜੀ ਪਹਿਲਾਂ ਇੱਥੋਂ ਇੱਕ ਬੰਦਾ ਗਿਆ ਸੀ ਇਧਰ ਅੰਮ੍ਰਿਤਸਰ ਰੋਡ 159 ਹੈ। ਇਹ ਇਹਨਾਂ ਤੋਂ ਪਹਿਲਾਂ ਕਿਹੜੇ ਬੱਚੇ 5 ਸਾਲ ਪਹਿਲਾਂ ਉਹਨਾਂ ਨੇ ਲਿਖਿਆ ਉਹਨਾਂ ਨੇ ਕੀਤਾ ਸੀ ਬੱਚੇ ਨਾ ਕਿਹੜੇ ਉਹ ਇਸ ਟਾਈਮ ਕੈਨੇਡਾ ਬੈਠੇ। ਨਹੀਂ ਆਪਾਂ ਕਹਿ ਸਕਦੇ ਹਾਂ ਵੀ 159 ਕਿਲੋਮੀਟਰ ਹੋਰ ਹੈਗਾ। ਠੀਕ ਆ, ਇਹ ਵੀ ਦੇਖੋ ਪੰਜਾਬ ਨਾਲ ਆਪਣਾ ਪਿਆਰ ਹੀ ਜੋੜਦੇ ਆ। ਸਹੀ ਗੱਲ ਸਹੀ ਗੱਲ। ਉਹ ਵੀ ਪੰਜਾਬ ਆ ਵੀ ਪੰਜਾਬ ਹੈ। ਇੱਕ ਤੁਹਾਨੂੰ ਇੱਥੇ ਘਰ ਵਰਗਾ ਮਾਹੌਲ ਮਿਲਦਾ। ਹਾਂਜੀ ਬਿਲਕੁਲ, ਕਿਉਂਕਿ ਮੈਂ ਮਗਰ ਦੇਖ ਰਿਹਾ ਨਾ ਵੀ ਸਰੋਂ ਦਾ ਸਾਗ ਵੀ ਨਾਲ ਹੀ ਪਿਆ ਵੀ ਜਦੋਂ ਮਰਜ਼ੀ ਤੋੜ ਕੇ ਤੇ ਧਰ ਲਿਆ ਜਾਵੇ, ਤੇ ਬਾਕੀ ਹੋਰ ਰੋਟੀ ਪਾਣੀ ਵੀ ਘਰ ਵਰਗਾ ਹੀ ਹੁੰਦਾ ਜੀ, ਜਮਾਂ ਸਿੰਪਲ ਹੁੰਦਾ। ਜਿਵੇਂ ਆਮ ਕੰਟੀਨਾਂ ਹੁੰਦੀਆਂ ਕਾਲਜਾਂ ਦੀਆਂ ਉਹਨਾਂ ਨਹੀਂ ਜੀ, ਜਮਾਂ ਹੀ ਘਰ ਵਾਲਾ। ਅਸੀਂ ਤਾਂ ਆਪਦੀ ਸਮਝ ਕੇ ਆਪ ਹੀ ਕਰ ਲੈਂਦੇ ਹੁੰਦੇ ਆ ਸਾਰਾ। ਘਰ ਦਾ ਵੀ ਭਾਜੀ ਉਹਨਾਂ ਦਾ ਵੀ ਤਿਉ ਪ੍ਰੇਮ ਵੀ ਐਂ ਰੱਖਦਾ ਵੀ ਪਰਿਵਾਰ ਆ ਵੀ ਸਾਡੇ ਵੀ ਬੱਚਿਆਂ ਵਰਗੇ ਨੇ। ਚਲੋ ਬਹੁਤ ਵਧੀਆ। ਦੋਸਤੋ ਇਹ ਸਹਿਜ ਕੌਰ ਪੀਏਯੂ ਯੂਨੀਵਰਸਿਟੀ ਦੇ ਸਟੂਡੈਂਟ ਨੇ, ਤੇ ਅੱਗੇ ਪੰਜਾਬੀ ਦੇ ਰਿਲੇਟਡ ਇਹ ਲੈ ਕੇ ਆ ਰਹੇ ਨੇ ਆਪਦਾ ਵੀ ਜੋ ਵੀ ਹੁੰਦਾ ਇਹਨਾਂ ਦਾ ਵੀ ਅਸੀਂ ਵੱਧ ਤੋਂ ਵੱਧ ਹੋ ਸਕੇ ਵੀ ਉਪਰਾਲਾ ਕਰੀਏ ਕਿ ਲੋਕ ਪੰਜਾਬੀ ਪੜ੍ਹਨ ਪੰਜਾਬੀ ਲਿਖਣ। ਤੇ ਭੈਣ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਸੀਗਾ। ਅੱਜ ਕੱਲ੍ਹ ਜੋ ਜਨਰੇਸ਼ਨ ਨਵੀਂ ਆ ਰਹੀ ਆ, ਅਸੀਂ ਪੜ੍ਹੇ ਹਾਂ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਸੀ 12+2 ਤੱਕ, ਉਸ ਤੋਂ ਅੱਗੇ ਚਲੋ ਜੋ ਸੀਗਾ ਵੀ ਉਸ ਹਿਸਾਬ ਨਾਲ ਪੜ੍ਹੇ ਹਾਂ ਅਸੀਂ ਵੀ ਘਰਦਿਆਂ ਨੇ ਜਿੱਥੇ ਲਾਤਾ ਗੁਜਾਇਸ਼ ਸੀਗੀ। ਅੱਜ ਕੱਲ੍ਹ ਜਵਾਕ ਦਾ ਕੀ ਟੀਚਾ, ਘਰ ਦੇ ਜਵਾਕ ਦਾ ਮਾਂ ਪਿਓ ਕਹਿੰਦੇ ਜਲਦੀ ਇੰਗਲਿਸ਼ ਸਕੂਲ ਦੇ ਵਿੱਚ ਲਾਓ, ਲਾਉਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ +2 ਕਰ, ਆਈਲੈਟਸ ਕਰ ਤੇ ਬਾਹਰ ਨੂੰ। ਹਾਂਜੀ, ਇਹ ਜੀ ਹੁਣ ਦੇਖੋ ਆਪਣਾ ਜੋ ਹੁਣ ਪੰਜਾਬ ਦਾ ਜੋ ਹਾਲ ਹੈ, ਇੱਥੇ ਨੌਕਰੀਆਂ ਨਹੀਂ ਮਿਲਦੀਆਂ। ਜਿਹੜੀਆਂ ਨੌਕਰੀਆਂ ਹੈਗੀਆਂ ਉਹ ਸਿਫਾਰਸ਼ਾਂ ਵਾਲੇ ਸਾਰੇ ਬੈਠੇ ਹੀ ਹੁੰਦੇ ਆ ਵੀ ਤੁਸੀਂ ਕਿਸੇ ਦਾ ਕੋਈ ਪੇਪਰ ਵੀ ਦੇ ਦੋਗੇ। ਤੁਸੀਂ ਹੁਣ ਆਪਣੇ ਪੁਲਿਸ ਵਾਲੇ ਪੇਪਰਾਂ 'ਚ ਕਿੰਨਾ ਹੋਇਆ, SI ਦੇ 'ਚ ਹੋ ਗਿਆ, ਪੇਪਰ ਹੀ ਰੱਦ ਕਰਤੇ। ਹੁਣ ਜਵਾਕਾਂ ਨੇ 3-3 4-4 ਮਹੀਨੇ ਇੰਨੀ ਮਿਹਨਤ ਕੀਤੀ ਹੈ, ਆਪਦਾ ਸਮਾਂ ਕੱਢ ਕੇ ਤਿਆਰੀ ਕੀਤੀ ਹੈ, ਹੁਣ ਉਸ ਤੋਂ ਬਾਅਦ ਵੀ ਆ ਬੈਠੇ, ਨਾ ਤਾਂ ਕੋਈ ਇੱਧਰ ਜਾ ਸਕਦਾ ਨਾ ਉੱਧਰ ਜਾ ਸਕਦਾ। ਤਾਂ ਇਹ ਇੰਨੇ ਥਾਵਾਂ ਤੇ ਪੈਸੇ ਲਾਈ ਜਾਂਦੇ ਆ ਵੀ ਤੁਸੀਂ ਕਿਉਂ ਨਾ ਇੱਥੇ ਪੰਜਾਬ ਦੇ ਹਾਲ ਸੁਧਾਰੇ ਜਾਣ, ਕਿਉਂ ਨਾ ਜਵਾਕਾਂ ਨੂੰ ਐਮਪਲੋਇਮੈਂਟ ਦਿੱਤੀ ਜਾਵੇ। ਕੀ ਲੱਗਦਾ ਤੁਹਾਨੂੰ ਵੀ ਕਿਸ ਤਰੀਕੇ ਨਾਲ ਵੀ ਹੋ ਸਕਦਾ? ਚਲੋ ਆਪਾਂ ਦੇਖੇ ਜੋਬ ਤਾਂ ਇਹਨਾਂ ਨੇ ਦੇਣੀ ਕੀ ਹੈ, ਤਾਂ ਤੁਸੀਂ ਭੁੱਲ ਜਾਓ ਵੀ ਆਉਣ ਵਾਲੀ ਜਨਰੇਸ਼ਨ ਕੁਝ ਕਰ ਸਕਦੀ ਹੈ ਵੀ ਇਹਨਾਂ ਨੂੰ ਵੋਟਾਂ ਦੇ ਵਿੱਚ ਖੜਨਾ ਚਾਹੀਦਾ ਜਾਂ ਨਹੀਂ ਖੜਨਾ ਚਾਹੀਦਾ? ਖੜਨਾ ਤਾਂ ਚਾਹੀਦਾ ਜੀ, ਕਿਉਂਕਿ ਹੁਣ ਆਪਾਂ ਜੇ ਐਜੂਕੇਟਿਡ ਜਿਹੜੇ ਹੈਗੇ ਆ, ਪੜ੍ਹੇ ਲਿਖੇ ਨੌਜਵਾਨ ਹੈ, ਜੇ ਉਹ ਖੜਨਗੇ ਫਿਰ ਖੜਨ ਦਾ ਵੀ ਫੇਰ ਹੀ ਫਾਇਦਾ ਜੇ ਉਹ ਕੁਝ ਚੰਗਾ ਕਰਨਗੇ। ਜੇ ਉਹਨਾਂ ਨੇ ਵੀ ਉਵੇਂ ਪੋਲੀਟਿਕਸ 'ਚ ਇਨਵੋਲਵ ਹੋਣਾ ਫਿਰ ਤਾਂ ਕੋਈ ਫਾਇਦਾ ਨਹੀਂ। ਪਰ ਜੇ ਕੋਈ ਹੁਣ ਭਗਤ ਸਿੰਘ ਹੋ ਰਿਹਾ ਜੀ, ਇਹ ਵੀ ਤਾਂ ਪਹਿਲਾਂ ਹੀ ਸੋਚ ਲੈ ਕੇ ਤੁਰੇ ਸੀਗੇ, ਪਰ ਕਿੱਥੋਂ ਤੱਕ ਦੇਖ ਲਓ ਅੱਜ ਤੱਕ ਆਪਾਂ ਯਾਦ ਕਰਦੇ ਹਾਂ। ਜੇ ਹੁਣ ਕੋਈ 2-4 ਜਾਣੇ ਕੋਈ ਆਪਾਂ ਵਧੀਆ ਸੋਚਾਂਗੇ ਤਾਂ ਕਿੰਨੇ ਪਿੱਛੇ ਵੀ ਲੱਗਣਗੇ।
ਪਿੱਛੇ ਲੱਗਣ ਵਾਲੇ ਵੀ ਫਿਰ ਹੈਗੇ ਆ, ਫਿਰ ਉਹ ਚੀਜ਼ ਨੂੰ ਆਪਾਂ ਸੁਧਾਰ ਸਕਦੇ ਕਿਸੇ ਹੱਦ ਤੱਕ, ਪਰ ਉਹਦੇ ਲਈ ਸਮਾਂ ਲੱਗੂਗਾ। ਆਈ ਨਹੀਂ ਕਹਿ ਸਕਦੇ ਵੀ ਆਪਾਂ ਅਗਲੇ ਸਾਲ 'ਚ ਜਾਂ ਆਉਣ ਵਾਲੇ 5 ਸਾਲ ਵਿੱਚ ਸੁਧਰ, ਸਮਾਂ ਲੱਗੂਗਾ, ਪਰ ਸ਼ੁਰੂ ਕਰਨਾ ਪਊਗਾ। ਨਹੀਂ, ਸ਼ੁਰੂਆਤ ਕਰਨੀ ਸਹੀ। ਜਿੱਦਾਂ ਹੁਣ ਆਪਾਂ ਕਹਿ ਵੀ ਤੁਸੀਂ ਜੇ ਇੱਕ ਨੌਜਵਾਨ ਇਹ ਉਪਰਾਲਾ ਕਰਦਾ ਵੋਟਾਂ ਦੇ ਵਿੱਚ ਖੜ ਜਾਂਦਾ, ਪਰ ਲੋਕ ਨਹੀਂ ਸਮਝਦੇ। ਲੋਕਾਂ ਦਾ ਜੋ ਮਾਈਂਡ ਆ ਇੰਨਾ ਕੁ ਇੱਥੋਂ ਤੱਕ ਸੀਮਿਤ ਕਰਤਾ ਕਿ ਵੋਟ ਪਾਉਣੀ ਅਕਾਲੀ ਕਾਂਗਰਸ, ਜੇ ਜੋ ਸਾਨੂੰ ਆਟਾ ਦਾਲ ਦੇ ਰਿਹਾ ਵਾ। ਇਹੀ ਚੀਜ਼ ਤੇ ਤਾਂ ਆਪਾਂ ਨੂੰ ਮਿਹਨਤ ਕਰਨੀ ਪਊ ਜੀ, ਤਾਂ ਹੀ ਟਾਈਮ ਲੱਗੂਗਾ, ਕਿਉਂਕਿ ਇਹੀ ਆਪਾਂ ਉਹਨਾਂ ਤੱਕ ਗੱਲ ਹੀ ਇਹ ਲੈ ਕੇ ਜਾਣੀ ਆ ਵੀ ਇਹ ਤੁਸੀਂ ਇੰਨੇ ਸਾਲ ਤੁਸੀਂ ਇਹਨਾਂ ਨੂੰ ਹੀ ਦੇਖ ਰਹੇ ਹੋ, ਕਿਉਂ ਨਾ ਤੁਸੀਂ ਹੁਣ ਇਹਨਾਂ ਨੇ ਵੀ ਤਾਂ ਨੁਕਸਾਨ ਕਰਦੇ ਹੀ ਆ ਜੀ ਆਪਣਾ, ਤਾਂ ਕਿਉਂ ਨਾ ਆਪਾਂ ਇੱਕ ਟਰਾਈ ਦੇ ਕੇ ਹੀ ਦੇਖ ਲਈਏ। ਫਿਰ ਜੇ ਇਹਨਾਂ ਤੋਂ ਇਲਾਵਾ ਜੇ ਦੇਣੀ ਹੋਈ ਆ, ਤੇ ਜੇ ਹੁਣ ਉਦੋਂ ਬਾਅਦ ਆਪਾਂ ਦੇਖੀਏ ਵੀ ਜੇ ਉਹ ਕੁਝ ਚੰਗਾ ਕਰਦੇ ਆ ਤਾਂ ਫਿਰ ਤਾਂ ਅੱਗੇ ਉਦੋਂ ਬਾਅਦ ਤਾਂ ਫਿਰ ਆਪੇ ਹੀ ਹੋਰ ਸਾਰੇ ਵੀ ਪਿੱਛੇ ਚੰਗੇ ਆਉਣਗੇ। ਪਰ ਇਹ ਹੁਣ ਨਵੀਂ ਪਾਰਟੀ ਖੜਾ ਕਰਨ ਤੇ ਨਵਾਂ ਉਮੀਦਵਾਰ ਖੜਾ ਕਰਨ ਦੇ ਟਾਈਮ ਤਾਂ ਲੱਗਦਾ ਹੀ ਆ ਜੀ। ਕੇਜਰੀਵਾਲ ਸਾਹਿਬ ਕਹਿ ਰਹੇ ਆ ਵੀ ਮੈਂ 1000 ਰੁਪਿਆ ਭੱਤਾ ਦਊਂਗਾ ਹਰ ਇੱਕ ਇਫਤਰੀ ਨੂੰ। ਵੀ ਜੇ ਦੇਖਿਆ ਜਾਵੇ ਆਪਣੇ ਪੰਜਾਬ ਦੇ ਵਿੱਚ ਬਜਟ ਮੈਂ ਦੇਖਿਆ ਵੀ 29 ਲੱਖ ਲੇਡੀਜ਼ ਤਕਰੀਬਨ ਆਲਮੋਸਟ ਹੋਣਗੀਆਂ, ਉਸ ਨੂੰ 1000 ਨਾਲ ਗੁਣਾ ਕਰਕੇ ਦੇਖਿਆ ਜਾਵੇ ਕਿੰਨੇ ਅਰਬਾਂ ਖਰਬਾਂ ਦਾ ਬਣਦਾ। ਪਰ ਜਦ ਕਿ ਸਰਕਾਰ ਕਹਿ ਰਹੀ ਹੈ ਤੇ ਸਾਡਾ ਖਜ਼ਾਨਾ ਖਾਲੀ ਆ, ਫਿਰ ਕੇਜਰੀਵਾਲ ਸਾਹਿਬ ਕਿੱਥੋਂ ਦੇਣਗੇ? ਜਾਂ ਵੀ ਇੱਕ ਜੁਮਲਾ ਜੀ ਮੈਂ ਤਾਂ ਕਹਿੰਦੀ ਆ ਵੀ ਇਹ ਗੱਲ ਹੀ ਨਹੀਂ ਸਹੀ ਹੈਗੀ। ਮੈਂ ਕੁੜੀ ਹੁੰਦਿਆਂ ਹੋਇਆ ਮੈਂ ਐਕਸੈਪਟ ਨਹੀਂ ਕਰ ਸਕਦੀ 1000 ਰੁਪਏ ਇਹਨਾਂ ਤੋਂ, ਕਿਉਂਕਿ ਮੈਂ ਇੰਨੀ ਕਾਬਿਲ ਹੈਗੀ ਆ ਵੀ ਮੈਂ ਆਪ ਕਮਾ ਸਕਦੀ ਆ ਇਹ ਚੀਜ਼ਾਂ। ਜਿੰਨੇ ਪੈਸੇ ਜੇ ਇਹ ਲਾਉਣ ਨੂੰ ਤਿਆਰ ਵੀ ਨੇ, ਵੀ ਐਵੇਂ ਵੰਡਣ ਨੂੰ ਤਿਆਰ ਹੈ, ਕਿਉਂ ਨਾ ਉਹਦੀ ਜਗ੍ਹਾ ਸੇਫਟੀ ਪ੍ਰੋਵਾਈਡ ਕਰ ਦੇਣ। ਆਪਾਂ ਦੇਖਦੇ ਆ ਬਾਹਰ ਕੀ ਹਾਲ ਆ ਮੁੰਡਿਆਂ ਦਾ, ਕਿੰਨਾ ਕੋਈ ਤੁਸੀਂ ਨਿਕਲ ਜਾਓ, ਇੱਕ ਦਿਨ ਨਿਕਲ ਜਾਓ, ਮਜਾਲ ਹੀ ਨਹੀਂ ਵੀ ਤੁਸੀਂ ਮਤਲਬ ਕੋਈ ਤੁਹਾਨੂੰ ਕੁਝ ਛੇੜ ਕੇ ਨਹੀਂ ਨਿਕਲੂਗਾ ਜਾਂ ਕੋਈ ਬੋਲ ਕੇ ਨਹੀਂ ਨਿਕਲੂਗਾ। ਇਹ ਰੋਜ਼ ਦਾ ਕੰਮ ਹੈ। ਕਿਉਂ ਉਹ ਚੀਜ਼ਾਂ ਤੇ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਜਿਹੜੀ ਲੋੜ ਆ? ਪੈਸੇ 1000 ਰੁਪਏ ਤੋਂ ਕੀ ਕਰਾਉਣਾਗਾ? ਉਹ ਅਸੀਂ ਸਾਰੇ ਆਪ ਕਮਾ ਸਕਦੇ, ਇੰਨੇ ਕਾਬਿਲ ਹੈਗੇ ਆ। ਤੁਸੀਂ ਇਹ ਤਾਂ ਫਿਰ ਕਾਬਲੀਅਤ 'ਤੇ ਸ਼ੱਕ ਹੋ ਗਿਆ ਨਾ ਵੀ ਹਾਂ ਇਹਨਾਂ ਕੋਲ ਇਹ ਇੰਨਾ ਕੁ ਕਰ ਨਹੀਂ ਸਕਦੇ, ਤਾਂ ਕਿਉਂ ਨਾ 1000 ਰੁਪਇਆ ਦਿੱਤਾ ਜਾਵੇ। ਇਫਤਰੀ ਨੂੰ ਭੈਣੇ ਟਿਕਟ ਵੀ ਫ੍ਰੀ ਦਿੱਤੀ ਗਈ ਸੀ, ਉਸ ਤੇ ਬਿਲਕੁਲ ਵੀ ਨਹੀਂ ਜੀ, ਮਤਲਬ ਹੀ ਨਹੀਂ ਜੀ, ਕਿਉਂਕਿ ਟਿਕਟ ਹੁਣ ਸਾਰਿਆਂ ਨੇ ਟਰੈਵਲ ਕਰਨਾ ਹੈ। ਤੁਸੀਂ ਇੱਕ ਦੱਸੋ ਵੀ ਇਸਤਰੀ ਨੂੰ ਹੀ ਕਿਉਂ? ਇਹਦਾ ਫਿਰ ਇਹ ਮਤਲਬ ਹੋਇਆ ਵੀ ਉਹ ਆਪ ਨਹੀਂ ਕਮਾ ਸਕਦੀਆਂ, ਜਾਂ ਉਹਨਾਂ 'ਚ ਇੰਨੀ ਕੈਪੇਬਿਲਿਟੀ ਨਹੀਂ ਹੈਗੀ ਵੀ ਉਹਨਾਂ ਨੂੰ ਕਿਸੇ ਨੇ ਉਹ ਆਪ ਦਾ ਖਰਚਾ ਨਹੀਂ ਕੱਢ ਸਕਦੀਆਂ ਤੇ ਉਹਨਾਂ ਨੂੰ ਟਰੈਵਲ ਕਰਨ ਲਈ ਫ੍ਰੀ ਕਰ ਦਈਏ। ਕਿਉਂ ਨਾ ਉਹਦੀ ਜਗ੍ਹਾ ਬੱਸਾਂ 'ਚ ਸੇਫਟੀ ਪ੍ਰੋਵਾਈਡ ਕੀਤੀ ਜਾਵੇ। ਪੜ੍ਹੇ ਲਿਖੇ ਦੀ ਸੋਚ ਆ ਗਈ। ਹਾਂਜੀ, ਹੁਣ ਪਿੰਡਾਂ ਦੇ ਵਿੱਚ ਇਫਤਰੀਆਂ ਉਹਨਾਂ ਦਾ ਸਿਰਫ ਇੱਕ ਮਾਈਂਡ ਵੀ ਇਹ ਆ ਕਿ ਹਾਂਜੀ ਮੈਂ ਜਾਣਾ ਤੇ ਮੇਰੀ ਟਿਕਟ ਫ੍ਰੀ ਹੋਗੀ, ਗੱਲ ਖਤਮ। ਮੈਂ ਵੋਟ ਕਾਂਗਰਸ ਨੂੰ ਹੀ ਦੇਣੀ ਹੈ। ਇਹ ਤਾਂ ਫਿਰ ਜੀ ਉਹੀ ਹੈ ਨਾ, ਵੋਟਾਂ ਖਰੀਦਣ ਦਾ ਢੰਗ ਆ ਗਿਆ ਇਹਨਾਂ ਕੋਲੇ ਵੀ। ਇਹਨਾਂ ਨੂੰ ਹੈਗਾ ਵੀ ਜਿਹੜੇ ਅਨਪੜ੍ਹ ਹੈਗੇ ਉਹ ਪਾ ਦੇਣਗੇ। ਇਹ ਗੱਲ ਪਿੱਛੇ ਆਪਾਂ ਨੂੰ ਸਮਝਣ ਦੀ ਲੋੜ ਇਹ ਹੈ ਵੀ ਆਪਾਂ ਇੰਨੀ ਕੁ ਗੱਲ ਪਿੱਛੇ ਕਿੰਨੀ ਛੇਤੀ ਰਾਏ ਲੱਗ ਹੋ ਜਾਂਦੇ ਆ ਵੀ ਉਹਨਾਂ ਨੇ ਆਪਣਾ ਇੰਨਾ ਫਾਇਦਾ ਕਰਤਾ ਵੀ ਚੱਲ ਪਾ ਦਿਓ। ਆਪਾਂ ਅਗਲਾ ਪਿਛਲਾ ਨੁਕਸਾਨ ਕੋਈ ਨਹੀਂ ਦੇਖਦੇ, ਜਿਹੜੇ ਉਹਨਾਂ ਨੇ ਪਹਿਲਾਂ ਤੋਂ ਨੁਕਸਾਨ ਕੀਤੇ ਆਪਣੇ ਜਾਂ ਕਰ ਰਹੇ ਆ ਉਹ ਨਹੀਂ ਦੇਖਦੇ। ਆਪਾਂ ਸਿਰਫ ਇੱਕ ਜਿਹੜੀ ਮਾੜੀ ਜਿਹੀ ਚੰਗੀ ਚੀਜ਼ ਉਹਨਾਂ ਨੇ ਨਾਲੇ ਪਤਾ ਹੁੰਦਾ ਵੀ ਇਸੇ ਗੱਲ ਕਰਕੇ ਕੀਤੀ ਆ ਵੀ ਵੋਟਾਂ ਮਿਲਣਗੀਆਂ, ਤੇ ਆਪਾਂ ਕਿੱਡੀ ਛੇਤੀ ਮਗਰ ਲੱਗ ਕੇ ਤੇ ਉਹਨਾਂ ਨੂੰ ਫੇਰ ਵੋਟਾਂ ਪਾ ਦਿੰਦੇ। ਯਾਨੀ 30-35% ਵੋਟਾਂ ਕਹਿ ਸਕਦੇ ਆ ਵੀ ਇਸ ਤਰੀਕੇ ਨਾਲ ਲੈ ਜਾਂਦੇ ਆ। ਹਾਂਜੀ, ਹੋਰ ਸਰਕਾਰਾਂ ਬਾਰੇ ਤੁਹਾਡਾ ਕੀ ਕਹਿਣਾ? ਜਿੱਦਾਂ ਹੁਣ ਕੇਜਰੀਵਾਲ ਸਾਹਿਬ ਨੇ ਤਾਂ ਬਿਆਨ ਦਿੱਤਾ ਕਿ ਮੈਂ 1000 ਰੁਪਇਆ ਦਿੰਦਾ, ਤੇ ਹੋਰ ਦੂਜੀ ਸਰਕਾਰ ਉੱਠੂਗੀ ਮੈਂ 2000 ਦਿੰਦਾ, ਤੇ ਤੀਜੀ ਸਰਕਾਰ ਉੱਠੂਗੀ ਮੈਂ 3000 ਦਿੰਦਾ ਵਾ। ਤੇ ਤੁਸੀਂ ਕੀ ਕਹਿਣਾ ਚਾਹੋਗੇ? ਵੀ ਤੁਸੀਂ ਕੁਛ ਨਾ ਕੁਛ, ਚਲੋ ਦਰਸ਼ਕ ਵੀਡੀਓ ਦੇਖਣਗੇ, ਕੁਛ ਤਾਂ ਵੀ ਤੁਹਾਡੇ ਕਹਿਣੇ ਵੀ ਤੁਹਾਨੂੰ ਸੁਣਨ ਤੋਂ ਬਾਅਦ 5% ਵੀ ਜੇ ਇਸ ਚੀਜ਼ ਤੇ ਅਮਲ ਕਰਦੀ ਹੈ ਤੇ ਬਹੁਤ ਵਧੀਆ ਹੋਊਗਾ। ਹਾਂਜੀ, ਇਹੀ ਹੈ ਜੀ, ਫਿਰ ਇਹੀ ਫਰਕ ਆ ਜਾਂਦਾ ਪੜ੍ਹੇ ਲਿਖੇ ਦੇ ਵਿੱਚ। ਆਈ ਨਹੀਂ ਮੈਂ ਕਹਿੰਦੀ ਵੀ ਅਨਪੜ੍ਹ ਵੀ ਸਾਰੇ ਫੋਲੋ ਕਰਨਗੇ, ਹਰੇਕ ਦਾ ਆਪਦਾ ਸਿਸਟਮ ਹੁੰਦਾ, ਪਰ ਉਹਨਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਆ ਵੀ ਤੁਸੀਂ ਇੱਕ ਤਾਂ ਇਹ ਸੋਚ ਕੇ ਦੇਖੋ ਵੀ ਜੇ ਉਹ ਤੁਹਾਨੂੰ ਪੈਸੇ ਦੇ ਰਹੇ ਆ, ਇਹਦਾ ਮਤਲਬ ਵੀ ਤੁਹਾਡੇ 'ਚ ਇੰਨੀ ਕਾਬਲੀਅਤ ਹੈ ਨਹੀਂ ਵੀ ਤੁਸੀਂ ਆਪ ਕਮਾ ਕੇ ਕੁਝ ਕਰ ਸਕੋ। ਇੱਕ ਤਾਂ ਇਹ ਚੀਜ਼ ਨਹੀਂ ਉਹਨਾਂ ਨੂੰ ਉੱਥੇ ਰੋਕਤਾ, ਉਹਦੀ ਜਗ੍ਹਾ ਕਿਉਂ ਨਾ ਤੁਸੀਂ ਜੌਬ ਸਿਕਿਉਰਿਟੀ ਦੇ ਦਿਓ, ਜੌਬਸ ਪ੍ਰੋਵਾਈਡ ਕਰ ਦਿਓ, ਅਸੀਂ ਆਪੇ ਕਮਾ ਲਾਂਗੇ। ਅੱਛਾ, ਮੈਂ ਹੁਣ ਤੁਹਾਨੂੰ ਤੁਹਾਡੇ ਤੋਂ ਕੰਟੀਨ ਦੇ ਰਿਲੇਟਡ ਸਵਾਲ ਪੁੱਛਣੇ, ਆਪਣੇ ਪੰਜਾਬ ਕੈਫੇ ਦੇ ਰਿਲੇਟਡ ਸਵਾਲ ਪੁੱਛਣੇ ਆ। ਕੈਫੇ ਦੇ ਉੱਤੋਂ ਚੀਜ਼ ਨਾਰਮਲ ਰੇਟ ਦੇ ਵਿੱਚ ਮਿਲਦੀ ਆ, ਜਾਂ ਵੀ ਜਿੱਦਾਂ ਕਾਲਜ ਦੀਆਂ ਕੰਟੀਨਾਂ ਹੁੰਦੀਆਂ ਜਿਹੜੀ ਬਾਹਰ ਚੀਜ਼ 10 ਰੁਪਏ ਦੀ ਹੈ ਤੇ ਇੱਥੇ 15 ਦੀ ਆ? ਹਾਂਜੀ, ਨਹੀਂ ਇੱਥੇ ਤਾਂ ਜੀ ਰੇਟ ਬਹੁਤ ਨਾਰਮਲ ਹੈ, ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਇੱਥੇ ਚੀਜ਼। ਹਾਂਜੀ, ਮੈਸ ਦੇ ਹਿਸਾਬ ਨਾਲ ਸਾਡਾ ਇੱਥੇ ਅਸੀਂ ਖਾਂਦੇ ਹੀ ਇੱਥੇ ਆ ਜੀ। ਚਾਹ ਦਾ ਕੱਪ ਕਿੰਨੇ ਦਾ ਪੈਂਦਾ ਇੱਥੇ ਜੀ 10 ਰੁਪਏ ਦਾ ਪੈ, 10 ਦਾ ਹੀ ਬਾਹਰ 10-20 ਦਾ ਬਸ। ਸਗਵੇਂ ਹੁਣ ਤਾਂ ਬਾਹਰ 15 ਦਾ ਕਰਤਾ ਵਾ। ਹਾਂਜੀ, ਤੇ ਇੱਥੇ ਹਜੇ ਵੀ 10 ਦਾ ਮਿਲ ਰਿਹਾ। 10-20 ਦਾ ਬਸ ਆਹੀ ਰੇਟ, ਕੋਈ ਬਾਲਾ ਮਤਲਬ ਖਾਸਾ ਜ਼ਿਆਦਾ ਨਹੀਂ ਹੈਗਾ ਜੀ। ਹੁਣ ਆਪਾਂ ਬਾਹਰ ਕਿਤੇ ਜੇ ਕਿਸੇ ਕੈਫੇ 'ਚ ਜਾਂਦੇ ਆ, ਉੱਥੇ ਤਾਂ 100 ਦੀ ਵੀ ਚਾਹ ਮਿਲਦੀ ਹੈ ਜੀ। ਜਾਣੀ ਪਰਿਵਾਰਕ ਵਾਲਾ ਪਿਆਰ ਤੁਹਾਨੂੰ ਇੱਥੇ ਮਿਲ ਰਿਹਾ ਵੀਰ ਜੀ ਉਹਨਾਂ ਤੋਂ ਵੀ, ਜਿੱਦਾਂ ਵੀ ਜਿਵੇਂ ਪਰਿਵਾਰ ਦੇ ਵਿੱਚ ਬੈਠੇ ਨਾ ਵੀ ਆਪਣੇ ਘਰ ਦੀ ਕੁੜੀ ਆ ਭਾਈ, ਆਪਾਂ ਉਹਨੂੰ ਪਿਆਰ ਨਾਲ ਰੱਖਣਾ, ਉਹ ਚੀਜ਼। ਹਾਂਜੀ ਬਿਲਕੁਲ ਜੀ, ਇਹੀ ਕੰਮ ਹੈ। ਤੁਸੀਂ ਕਿੰਨੇ ਸਮੇਂ ਤੋਂ ਇਹਨਾਂ ਨਾਲ ਵੀ ਜੁੜੇ ਹੋ, ਵੀ ਜਾਣਦੇ ਹੋ ਭਾਈ ਨੂੰ? ਅਸੀਂ ਜੀ ਉਹ ਯੂਨੀਵਰਸਿਟੀ ਦਾ 4 ਸਾਲ ਹੋ ਗਏ, ਪਰ ਜਾਣਦਿਆਂ ਨੂੰ ਥੋੜਾ ਚਿਰ ਹੋਇਆ ਹੈਗਾ।
ਕਿੰਨਾ 2 ਸਾਲ ਹੋ ਗਿਆ ਜੀ। 2 ਸਾਲ ਤੋਂ ਇਹ ਤੁਸੀਂ ਉਪਰਾਲੇ ਕਰ ਰਹੇ ਹੋ। ਹਾਂਜੀ ਹਾਂਜੀ। ਫਿਰ ਉਹ ਤੁਸੀਂ ਉੱਪਰ ਕਿੰਨੇ ਕੁ ਉਪਰਾਲੇ ਕਰੋਗੇ? ਜਦੋਂ ਕੰਧਾਂ ਮੈਂ ਦੇਖ ਰਿਹਾ ਹਜੇ ਵੀ ਪਈਆਂ ਨੇ ਉੱਤੇ ਪੰਜਾਬੀ ਬੋਲੀ ਉਹਦੇ ਕੀ ਲਿਖੋਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ? ਅਸੀਂ ਜੀ ਇੱਕ ਤਾਂ ਸਾਡਾ ਥੋੜਾ ਜਿਹਾ ਇਹ ਵੀ ਹੈਗਾ ਵੀ ਜਿਹੜੇ ਆਪਣੇ ਯੂਨੀਵਰਸਿਟੀ ਦੇ ਕਵੀ ਨੇ ਉਹਨਾਂ ਨੂੰ ਵੀ ਅੱਗੇ ਲਿਆਂਦਾ ਜਾਵੇ, ਉਤਸ਼ਾਹ ਮਿਲੇ ਉਹਨਾਂ ਨੂੰ ਵੀ ਜਿਹੜੇ ਯੂਨੀਵਰਸਿਟੀ 'ਚ ਜਿਹੜੇ ਲਿਖਦੇ ਨੇ ਸਟੂਡੈਂਟ ਹੋ ਗਏ ਉਹਨਾਂ ਦੀਆਂ ਵੀ ਜੋ ਆਪਣੇ ਕੰਮ ਦੇ ਰਿਲੇਟਡ ਕਵਿਤਾਵਾਂ ਨੇ ਜਾਂ ਕਿਸਾਨੀ ਰਿਲੇਟਡ ਕਹਿ ਲਓ ਜਾਂ ਪੰਜਾਬ ਦੇ ਰਿਲੇਟਡ ਕਹਿ ਲਓ, ਉਹ ਵੀ ਲਿਖਣ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਵੀ ਉਤਸ਼ਾਹ ਮਿਲੇ ਵੀ ਸਾਡਾ ਵੀ ਕੰਮ ਇੱਥੇ ਲੱਗੇ। ਬਹੁਤ ਬਹੁਤ ਧੰਨਵਾਦ ਸਹਿਜ ਭੈਣ ਤੁਹਾਡਾ, ਤੁਸੀਂ ਸਾਡੇ ਚੈਨਲ ਨੂੰ ਟਾਈਮ ਦਿੱਤਾ ਤੇ ਉਪਰਾਲਾ ਕਰ ਰਹੇ ਹੋ ਜੋ ਪੰਜਾਬੀ ਦੇ ਰਿਲੇਟਡ, ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਦੋਸਤੋ ਤੁਸੀਂ ਇਹ ਦੇਖ ਰਹੇ ਸੀ ਲੁਧਿਆਣਾ ਪੀਏਯੂ ਯੂਨੀਵਰਸਿਟੀ ਦੇ ਅੰਦਰੋਂ ਦੇ ਕੈਫੇ ਦੇ, ਕੰਟੀਨ ਦੇ, ਢਾਬੇ ਦੇ, ਰੈਸਟੋਰੈਂਟ ਦੇ, ਕਹਿ ਸਕਦੇ ਹਾਂ ਆਪਾਂ, ਕੁਛ ਵੀ ਨਾਮ ਦੇ ਸਕਦੇ ਹਾਂ, ਉਸ ਦੇ ਇਹ ਵਿਊ ਸੀਗੇ। ਤੇ ਬਾਕੀ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ। ਲੁਧਿਆਣਾ ਵਿਊ ਚੈਨਲ ਗੁਰਜੰਟ ਸਿੰਘ ਨੱਥ।